My name is Gary Singh Garewal from NRA Press Club and NRA Press News Media from Los Angeles, California. Welcome to all our NRA Press Club team, participants and guests for today's hot topic on June 5th, 2022. Our hot topic is Sidhu Moose ਦੀ killing ਆ ਜਿਹੜੀ ਇਹ ਗਨ ਵਾਇਲੈਂਸ ਨਾਲ ਹੋਈ ਆ ਜਾਂ ਗੈਂਗ ਵਾਰ ਚੱਲ ਰਹੀ ਆ ਜਾਂ ਗੈਂਗ ਕਲਚਰ ਜਿਹੜਾ ਡਿਕੇਡ ਦੇ ਵਿੱਚੋਂ 올ਡ ਚੱਲ ਰਿਹਾ ਹੈਗਾ ਉਹਦੇ ਕਰਕੇ ਹੋ ਰਹੀ ਆ ਕੁਝ ਲੋਕਾਂ ਦੇ ਕੁਐਸਚਨ ਹੈਗੇ ਨੇ ਵੈਰੀ ਸੀਰੀਅਸਲੀ ਵੀ ਜਿਹੜਾ ਵੀ ਅਸੀਂ ਇਵੈਲੂਏਟ ਕੀਤਾ ਹੂ ਇਜ਼ ਰਿਸਪੌਂਸਿਬਲ ਫਾਰ ਗੈਂਗ ਕਲਚਰ ਇਨ ਪੰਜਾਬ ਇਜ਼ ਸਿਕਿਉਰਿਟੀ ਸਕੇਲ ਡਾਊਨ ਜਿਹੜੀ ਹੈਗੀ ਆ ਇਸ਼ੂ ਜਿਹੜੀ ਸਿਕਿਉਰਿਟੀ ਕੀਤੀ ਉਹਦੇ ਕਰਕੇ ਇਹਦਾ ਕਿਲਿੰਗ ਹੋਈ ਆ ਇਹ ਸੈਕੰਡ ਕੁਐਸਚਨ ਹੈਗਾ ਤੀਸਰਾ ਕੁਐਸਚਨ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਇਹ ਮੂਸਾ ਦੀ ਡੈਥ ਦੇ ਉੱਪਰ ਆਪਣੀ ਪੋਲਿਟਿਕਸ ਖੇਡ ਰਹੀਆਂ ਨੇ ਇਹ ਕੁਐਸਚਨ ਹੈਗਾ ਚੌਥਾ ਕੁਐਸਚਨ ਹੈਗਾ ਕਿ ਜਿਹੜੇ ਟੌਪ ਦੇ ਸਟਾਰ ਹੈਗੇ ਨੇ ਉਹ ਗਲੋਰੀਫਾਈ ਗਨਸ ਨੂੰ ਕਰਦੇ ਨੇ ਉਹਦਾ ਕੀ ਗਨ ਵਾਇਲੈਂਸ ਤੇ ਅਸਰ ਪੈ ਰਿਹਾ ਹੈਗਾ ਬੱਚਿਆਂ ਦੇ ਉੱਪਰ ਇਹ ਚਾਰ ਕੁਐਸਚਨ ਹੈਗੇ ਆ ਇਹ ਤੁਹਾਡੇ ਆਪਣੀ ਸਪੈਸ਼ਲਾਈਜ਼ ਜਾਂ ਤੁਹਾਡਾ ਆਪਣੀ ਵੈਲਿਊਏਸ਼ਨ ਹੈਗੀ ਆ ਡਾਕਟਰ ਹਰਮੇਸ਼ ਕੁਮਾਰ ਜੀ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰੇ NRA ਪ੍ਰੈਸ ਦੇ ਜਿੰਨੇ ਵੀ ਸਾਡੇ ਨਾਲ ਜੁੜੇ ਉਹਨਾਂ ਸਭਨਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਾਡੇ ਸਭਨਾਂ ਵੱਲੋਂ ਤੇ ਮੈਂ ਅੱਜ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਵਿੱਚ ਹੋਇਆ ਮੂਸੇਵਾਲੇ ਦੀ ਮਰਡਰ ਤੋਂ ਪਹਿਲਾਂ ਥੋੜੇ ਦਿਨ ਉਵਾਲਡੀ ਦੇ ਵਿੱਚ ਜੋ ਘਟਨਾ ਵਾਪਰੀ ਆ ਮਾਸ ਸ਼ੂਟਿੰਗ ਹੋਈ ਹੈ ਸਕੂਲ ਦੇ ਵਿੱਚ ਉਹਨੂੰ ਆਪਾਂ ਸੈਂਟਰ ਵਿੱਚ ਰੱਖ ਕੇ ਇਸ ਚੀਜ਼ ਦੀ ਗੱਲ ਕਰੀਏ ਕਿ ਇਟਸ ਨਾਟ ਅ ਫੈਨੋਮੇਨਾ ਓਨਲੀ ਇਨ ਪੰਜਾਬ ਇਟਸ ਅ ਇੰਟਰਨੈਸ਼ਨਲ ਫੈਨੋਮੇਨਾ ਜਿੰਨੇ ਵੀ ਗਨ ਲੌਬੀ ਆ ਜਿੰਨੇ ਵੀ ਹਥਿਆਰ ਕੰਪਨੀਆਂ ਵੇਚ ਰਹੀਆਂ ਸਾਰੀ ਦੁਨੀਆ ਦੇ ਵਿੱਚ ਔਰ ਸਾਰੇ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਇਨਵੋਲਵ ਨੇ ਜੇ ਏਜੰਸੀ ਦੀ ਫੰਡਿੰਗ ਨਾ ਹੋਵੇ ਜਿੱਦਾਂ CIA ਦੀ ਅਨਲਿਮਿਟਿਡ ਫੰਡਿੰਗ ਹੈ ਇੱਥੇ CIA ਇੰਡੀਆ ਦੇ ਵਿੱਚ IB ਇੰਟੈਲੀਜੈਂਸ ਬਿਊਰੋ ਵਿਜੀਲੈਂਸ ਡਿਪਾਰਟਮੈਂਟ ਪਾਕਿਸਤਾਨ ਦੀ ISI ਰਸ਼ੀਆ ਦੀ RBG KGB ਹੁਣ ਉਹਦਾ ਨਵਾਂ ਨਾਮ ਰੱਖ ਦਿੱਤਾ ਉਹਨਾਂ ਨੇ ਜਿੰਨੀ ਦੇਰ ਲੋਕਾਂ ਨੂੰ ਇਹ ਜਾਗਰੂਕਤੀ ਨਹੀਂ ਆਉਂਦੀ ਵੀ ਸਾਡੇ ਪੈਸੇ ਸਾਡੇ ਟੈਕਸਪੇਅਰ ਮਨੀ ਇਹ ਕਿਲਿੰਗ ਮਸ਼ੀਨ ਦੇ ਉੱਤੇ ਇਨਵੈਸਟ ਹੋ ਰਹੀ ਹੈ ਨਾ ਕਿ ਕੰਸਟਰਕਟਿਵ ਯੂਜ਼ ਦੇ ਲਈ ਇਨਵੈਸਟ ਹੋ ਰਹੀ ਹੈ it's an international phenomenon we have to look Moosewal's killing in the context of international arms race what is happening in United States right now our president from the White House before Biden it was Donald Trump only for a short period then Obama was there for 8 years every president for last 20-30 years I'm saying they feel so helpless when they talk about gun violence so helpless psychologically speaking even today you saw the ਉੱਥੇ ਕਹਿੰਦੇ ਸਿਰਫ ਪਟਾਕੇ ਵੱਜੇ ਨੇ ਨਿਊਯਾਰਕ ਦੇ ਵਿੱਚ ਸ਼ਾਪਿੰਗ ਕੰਪਲੈਕਸ ਦੇ ਵਿੱਚ ਉਹ ਪਟਾਕਿਆਂ ਤੋਂ ਲੋਕ ਡਰ ਕੇ ਨੱਠ ਗਏ ਬਾਹਰ ਨੂੰ ਤੇ ਸ਼ਾਇਦ ਅੱਜ ਫਿਰ ਮਾਸ ਸ਼ੂਟਿੰਗ ਹੋ ਗਈ ਇੱਥੇ ਔਰ ਮਾਸ ਸ਼ੂਟਿੰਗ ਅਮਰੀਕਾ ਦੇ ਵਿੱਚ ਹਰ ਰੋਜ਼ ਵੱਧ ਰਹੀਆਂ ਨੇ ਜਦੋਂ ਤੁਸੀਂ ਕਿਸੇ ਅੱਛਾਈ ਨੂੰ ਡਿਸਕ੍ਰਾਈਬ ਕਰਦੇ ਹੋ ਤੇ ਲੋਕ ਤੁਹਾਨੂੰ ਕਾਪੀ ਕਰਦੇ ਨੇ ਅੱਛਾਈ ਵੱਲ ਜਦੋਂ ਤੁਸੀਂ ਕਿਸੇ ਬੁਰਾਈ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਲੋਕ ਤੁਹਾਨੂੰ ਕਾਪੀ ਕਰਦੇ ਨੇ ਪਰ ਸਭ ਤੋਂ ਵੱਡਾ ਬਦਮਾਸ਼ ਕੌਣ ਹੋਏਗਾ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਐਟ ਪ੍ਰੈਜ਼ੈਂਟ ਦੁਨੀਆ ਦੇ ਸਭ ਤੋਂ ਵੱਡੇ ਬਦਮਾਸ਼ ਅਮਰੀਕਾ ਤੇ ਰਸ਼ੀਆ ਨੇ ਇੰਡੀਆ ਤੇ ਚਾਈਨਾ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਨੇ ਜਿੰਨੀ ਦੇਰ ਇਹ ਚੀਜ਼ਾਂ ਨਹੀਂ ਹੁੰਦੀਆਂ ਖਤਮ ਲੋਕਾਂ ਨੂੰ ਇਹ ਜਾਗਰੂਕਤੀ ਲਿਆਉਣੀ ਬਹੁਤ ਜ਼ਰੂਰੀ ਹੈ ਸਾਈਕੋਲੋਜੀਕਲੀ ਮਾਨਸਿਕ ਤੌਰ ਤੇ ਅਵੇਅਰਨੈਸ ਕਰਨਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਕਿ ਆ ਜੋ ਗਨ ਵਾਇਲੈਂਸ ਇਹ ਜਿਹੜੇ ਗਨ ਵਾਇਲੈਂਸ ਆ ਜਿਹੜੀ ਗੈਂਗ ਦੀ ਗੱਲ ਕੀਤੀ ਆ ਮੈਂ ਪਹਿਲੀ ਵਾਰੀ ਪੰਜਾਬ ਦੀ ਪੁਲਿਸ ਦੇ ਮੂੰਹ ਦੇ ਵਿੱਚੋਂ ਗੈਂਗ ਵਾਇਲੈਂਸ ਦੀ ਗੱਲ ਸੁਣੀ ਆ ਹੁਣ ਗੁਪਤਾ ਜੀ ਪਹਿਲਾਂ ਕਹਿ ਰਿਹਾ ਸੀ ਸਾਡੇ ਡਿਸਕਸ਼ਨ ਤੋਂ ਪਹਿਲਾਂ ਕਿ ਖਾਲਿਸਤਾਨ ਨੈਕਸਟ ਲਾਈਟ ਮੂਵਮੈਂਟ 70 ਚ ਹੋਈ ਪੰਜਾਬ ਚ ਕੁਸ਼ਲ ਦਿੱਤੀ ਗਈ ਬਾਈ ਗਵਰਨਮੈਂਟ ਏਜੰਸੀਜ਼ ਤੇ ਉਸ ਤੋਂ ਬਾਅਦ 84 ਦੇ ਜਿਹੜੀਆਂ ਟੈਰਰਿਸਟ ਮੂਵਮੈਂਟ ਹੋਈ 80 ਤੋਂ 78 ਤੋਂ ਬਾਅਦ
ਜਦੋਂ ਦੇ ਨਿਰੰਕਾਰੀ ਬਾਬੇ ਨੂੰ ਮਾਰਿਆ ਉਹ ਤੋਂ ਬਾਅਦ ਉਹ ਕੁਚਲ ਦਿੱਤੀ ਗਈ ਖਾਲਿਸਤਾਨ ਮੂਵਮੈਂਟ। ਅਮਰੀਕਾ ਦੇ ਵਿੱਚ ਮਾੜਾ ਜਿਹਾ ਮੂੰਹ ਖੋਲਿਆ ਸੀ ਉੱਥੇ, ਮੇਰੇ ਖਿਆਲ 92 93 ਦੀ ਗੱਲ ਆ, ਜਦੋਂ ਡੇਵਿਡ ਨੂੰ ਮਾਰਿਆ ਸੀ ਟੈਕਸਸ ਵਿੱਚ, ਵਾਕੋ ਵਿੱਚ, ਉਹ ਚਰਚ ਵਿੱਚ, ਉਹਨੂੰ ਕੁਚਲ ਦਿੱਤਾ ਗਿਆ। ਤੇ ਹੁਣ ਮੈਂ ਜੇਲ੍ਹ ਦੇ ਵਿੱਚ ਕੰਮ ਕਰਦਾ ਅਮਰੀਕਾ, ਇੱਥੇ ਕੈਲੀਫੋਰਨੀਆ, ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਭਰੀਆਂ ਜੇਲ੍ਹਾਂ ਦੁਨੀਆ ਦੀਆਂ ਕੈਲੀਫੋਰਨੀਆ 'ਚ ਨੇ। ਹੁਣ ਜਿੱਦਾਂ ਇੱਥੇ ਉੱਥੇ ਕਿਹਾ ਗਿਆ ਬਿਸ਼ਨੋਈ ਜਾਂ ਗੋਲਡੀ ਬਰਾੜ ਜਿਹੜਾ ਹੈਗਾ ਉਹ ਜੇਲ੍ਹਾਂ ਦੇ ਵਿੱਚੋਂ ਕਹਿੰਦੇ ਗੈਂਗ ਚਲਾ ਰਹੇ ਨੇ। ਇੱਥੇ ਪੁਲਿਸ ਵਾਲੇ ਖੁਦ ਜੁੜੇ ਹੋਏ ਨੇ ਗੈਂਗ ਚਲਾਉਣ ਦੇ ਨਾਲ। ਤੇ ਇਹ ਜਿਹੜੀਆਂ ਇਹਨਾਂ ਨੂੰ ਯੂਟਿਲਾਈਜ਼ ਕੀਤਾ ਜਾ ਰਿਹਾ ਵਾ ਪੋਲੀਟੀਕਲ ਪਾਰਟੀ, ਜਦੋਂ ਤੁਸੀਂ ਕਿਹਾ we have to look at the total picture, not at the parts of it. ਤੇ total picture ਹੈ ਇੰਟਰਨੈਸ਼ਨਲ ਲੈਵਲ ਤੇ parts of it ਹਰੇਕ ਕਲਚਰ ਇਹਨੂੰ ਡਿਫਰੈਂਟ ਤਰੀਕੇ ਨਾਲ ਅਪਣਾ ਰਿਹਾ। ਤੇ ਅਮਰੀਕਾ ਦਾ ਪੈਸਾ ਦੁਨੀਆ ਦੇ ਵਿੱਚ ਇੰਨਾ ਸਿੱਟਿਆ ਜਾ ਰਿਹਾ, ਦੁਨੀਆ ਦੀ ਇਕਨੋਮੀ ਨੂੰ ਇੰਨੀ ਤਕੜੇ ਤਰੀਕੇ ਨਾਲ ਬਰਬਾਦੀ ਕੀਤੀ ਜਾ ਰਹੀ ਹੈ, ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ। So we have to look at the total picture, not at the parts of it. ਇੱਥੇ ਮੈਂ ਸਟਾਪ ਕਰ ਜਾਵਾਂਗਾ। ਓਕੇ ਜੀ, ਥੈਂਕ ਯੂ ਜੀ ਡਾਕਟਰ ਵਿਸ਼ਵੀ। ਮੱਲੀ ਸਾਹਿਬ ਇੰਡੀਆ ਤੋਂ ਜੀ, ਮੈਂ ਤੁਹਾਡੀ ਲਾਈਨ ਤੇ ਆ ਰਿਹਾ ਹੈਗਾ। ਮੈਂ ਥੋੜਾ ਜਿਹਾ ਇਸ ਕੁਐਸਚਨ ਤੇ ਆਉਣਾ ਚਾਹੁੰਦਾ ਹੈਗਾ ਕਿ ਜਿਹੜਾ ਗੈਂਗ ਕਲਚਰ ਆ ਇਹ ਬੜਾ ਮਸ਼ਹੂਰ ਹੋਇਆ ਪਿਆ ਬਈ, ਬੜੇ ਗੈਂਗ ਇਨਵੋਲਵ ਨੇ ਸਾਰੇ ਪਾਸੇ। ਤੁਹਾਡੇ ਮੁਤਾਬਕ ਕੀ ਇਨਫੋਰਮੇਸ਼ਨ ਆ, ਤੁਹਾਡੀ ਗਵਰਨਮੈਂਟ ਕੀ ਕਰ ਰਹੀ ਹੈਗੀ ਆਮ ਪਾਰਟੀ ਦੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਗਰੇਵਾਲ ਸਾਹਿਬ, ਜਿਹੜੇ ਨਾ ਗੈਂਗ ਕਲਚਰ ਹੈਗਾ ਆ, ਇਹ ਕੋਈ ਅੰਦਾਜ਼ਨ 2006-07 ਤੋਂ ਬਾਅਦ ਪੰਜਾਬ ਵਿੱਚ ਸ਼ੁਰੂ ਹੋਇਆਗਾ। ਪਹਿਲਾਂ ਇਹ ਗੈਂਗ ਕਲਚਰ ਨਹੀਂ ਸੀਗਾ। ਜਦੋਂ ਦੀ ਅਕਾਲੀ ਸਰਕਾਰ 2007 ਵਿੱਚ ਬਣੀ ਹੈਗੀ ਆ, ਉਸ ਤੋਂ ਬਾਅਦ ਜਿਹੜੇ ਹੈਗੇ ਆ, ਜਿੰਨੇ ਚਿਰ ਅਕਾਲੀ ਸਰਕਾਰ ਰਹੀ ਪੰਜਾਬ ਦੇ ਵਿੱਚ, ਘੱਟੋ ਘੱਟ 48 ਜਿਹੜੇ ਗੈਂਗਸਟਰ ਜਿਹੜੇ ਗਰੁੱਪ ਇੱਥੇ ਪੰਜਾਬ ਵਿੱਚ ਜਿਹੜੇ ਹੋਂਦ 'ਚ ਆਏ ਹੈਗੇ ਆ। ਉਹਦਾ ਮੁੱਖ ਕਾਰਨ ਇਹ ਹੈਗਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਰਾਜ ਕਰਦੀਆਂ ਸੀ, ਉਹਨਾਂ ਨੂੰ ਨੌਜਵਾਨਾਂ ਦੀ ਲੋੜ ਸੀ ਗਲਤ ਕੰਮ ਕਰਾਉਣ ਵਾਸਤੇ, ਡਰੱਗਸ ਵੇਚਣ ਵਾਸਤੇ, ਹੋਰ ਉਹਨਾਂ ਨੇ ਪ੍ਰਮੋਟ ਕੀਤਾ ਹੈਗਾ ਆ। ਉਸ ਤੋਂ ਬਾਅਦ ਜਦੋਂ ਕਈ ਬੰਦੇ ਤਾਂ ਉਹਦੇ ਵਿੱਚੋਂ ਪੋਲੀਟੀਸ਼ੀਅਨ ਬਣ ਗਏ, ਪਰ ਕਈ ਗੈਂਗਸਟਰ ਬਣ ਗਏ ਹੈਗੇ ਆ, ਜਿਹੜੇ ਫੰਡ ਹੋ ਗਏ ਹੈਗੇ ਆ, ਜਿਹੜਾ ਜਾਣ ਲੱਗ ਪਿਆ, ਛੁੱਟ ਕੇ ਜਾਂਦੇ ਆ, ਉਹ ਫਿਰ ਇੱਧਰ ਤੁਰ ਪਿਆ। ਤੇ ਜਿਹੜਾ ਇਹ ਕਲਚਰ ਸ਼ੁਰੂ ਹੋਇਆ ਹੈਗਾ ਆ, ਇਹ 2007 ਤੋਂ ਬਾਅਦ ਔਨਵਰਡ ਜਿਹੜਾ ਹੋਇਆ ਹੈਗਾ ਆ, ਔਰ ਇਹ ਵੱਧਦਾ ਹੀ ਗਿਆ, ਘਟਿਆ ਨਹੀਂ ਹੈਗਾ। ਜਿੱਥੋਂ ਤੱਕ ਗੱਲ ਹੈਗੀ ਆ ਸਾਡੀ ਪੰਜਾਬ ਸਰਕਾਰ ਦੀ, ਤੇ ਜਿਹੜੀ ਸਾਡੀ ਪੰਜਾਬ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਕਿਹਾ ਆ ਕਿ ਅਸੀਂ 6 ਮਹੀਨੇ ਵਿੱਚ ਜਿਹੜਾ ਹੈਗਾ ਆ, ਇਹ ਜਿਹੜਾ ਕਲਚਰ ਹੈਗਾ ਆ, ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ। ਪੈਦਾ ਕੀਤੀ ਹੈ ਪਾਰਟੀਆਂ, ਪੈਦਾ ਕੀਤੀ ਹੈਗੀ, ਪੋਲੀਟੀਕਲ ਪਾਰਟੀਆਂ ਪੈਦਾ ਕੀਤੀ ਹੈਗੀ ਜੀ। ਆਈ ਸੀ, ਤੁਹਾਡਾ ਮਤਲਬ ਪਹਿਲੀਆਂ ਪਾਰਟੀਆਂ ਨੇ, ਲੋਕ ਕਹਿ ਰਹੇ ਆ, ਐਨਆਰਏ ਵੀ ਕਾਫੀ ਕਹਿ ਰਿਹਾ ਕਿ ਪੁਰਾਣੀਆਂ ਪਾਰਟੀਆਂ ਨੇ ਇਹ ਕਲਚਰ ਦੇ ਮੈਨੂੰ ਥੋੜਾ ਜਿਹਾ ਬਹੁਤ ਮਦਦ ਕੀਤੀ ਹੈਗੀ ਆ। ਕਲਚਰ ਗੈਂਗਸਟਰ ਕਲਚਰ ਉਹਨਾਂ ਦੀ ਦੇਣ ਹੈਗੀ ਹੈ ਜੀ। ਓਕੇ, ਵੈਰੀ ਗੁੱਡ। ਜੀਵਨ ਗਿੱਲ ਜੀ, ਤੁਹਾਡੀ ਬਾਰੇ। ਜੀਵਨ ਗਿੱਲ ਜੀ, ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇਹਦੇ ਤੇ ਯਾਨੀ ਕਿ ਹਾਂ, ਗੈਂਗਸ ਤੁਸੀਂ ਕਹਿੰਦੇ ਕਿਹਾ ਹੈਗਾ ਵੀ ਇਹ ਦੂਜੀਆਂ ਪਾਰਟੀਆਂ ਨੇ ਕ੍ਰੀਏਟ ਕੀਤਾ ਹੈਗਾ, ਤਾਂ ਪਰ ਇਹਦੇ ਤੇ ਫਿਰ ਕੁਐਸਚਨ ਤਾਂ ਹੁਣ ਆਪਣੀ ਕਰੰਟ ਗਵਰਨਮੈਂਟ ਆਪ ਦੀ ਹੈਗੀ ਆ, ਉਹਨਾਂ ਦਾ ਕੀ ਯਾਨੀ ਕਿ ਉਹ ਕਰ ਰਹੇ ਹੈਗੇ ਕਿ ਇਹਨੂੰ ਠੱਲ ਪਾਈ ਜਾਵੇ। ਕਿਉਂਕਿ ਇਹ ਹੁਣ ਅਸੀਂ ਜਿਹੜੀਆਂ ਨਿਊਜ਼ ਅਸੀਂ ਇਸੇ ਸਿੱਧੂ ਮੂਸੇਵਾਲੇ ਦੀ ਨਿਊਜ਼ ਦੇ ਨਾਲ ਜੋੜ ਕੇ ਵੇਖੀਏ, ਉਹ ਗੈਂਗ ਜਿਹੜੇ ਹੈਗੇ ਆ ਉਹ ਜੇਲ੍ਹਾਂ ਤੋਂ ਚੱਲ ਰਹੇ ਆ, ਦਿੱਲੀ ਤੋਂ ਚੱਲ ਰਹੇ ਆ, ਹੋਰ ਸਟੇਟਾਂ ਤੋਂ ਚੱਲ ਰਹੇ ਹੈਗੇ ਆ। ਤੇ ਉੱਥੇ ਪੰਜਾਬ ਕੀ ਰੋਲ ਕਰੂਗਾ ਵੀ ਜਿਹੜਾ ਜੇ ਅੱਗੇ ਵੀ ਇਹ ਯਾਨੀ ਕਿ ਕਾਂਗਰਸ ਵੇਲੇ ਵੀ ਕਾਫੀ ਨਿਊਜ਼ ਆਈਆਂ ਸੀਗੀਆਂ, ਉਦੋਂ ਵੀ ਗੈਂਗ ਯਾਨੀ ਕਿ ਜੇਲ੍ਹਾਂ ਦੇ ਵਿੱਚ ਵੀ ਕਤਲ ਹੋਏ ਸੀਗੇ, ਤਾਂ ਉਦੋਂ ਜੇ ਅਸੀਂ ਕਹਿੰਦੇ ਵੀ ਉਹਨਾਂ ਨੇ ਪ੍ਰਮੋਟ ਕੀਤੇ ਆ, ਤਾਂ ਵਾਈ ਦੈਟ ਇਜ਼ ਹੈਪਨਿੰਗ ਐਟ ਦੈਟ ਟਾਈਮ, ਤੇ ਵਾਟ ਇਜ਼ ਦੀ ਪਲਾਨ ਆਫ ਆਪ ਟੂ ਟੈਕਲ ਦਿਸ ਇਨਸਾਈਡ, ਲਾਈਕ ਵੀ ਕੀ ਉਹ ਕਰ ਰਹੇ ਹੈਗੇ ਆ ਜਾਂ ਉਹਨਾਂ ਦੀ ਪਲੈਨਿੰਗ ਹੈਗੀ ਆ, ਤਾਂ ਕਿ ਇਸ ਚੀਜ਼ ਤੇ ਯਾਨੀ ਕਿ ਇਹਦਾ ਇੰਪੈਕਟ ਬਿਗ ਟਾਈਮ ਪੈਣਾ ਹੈਗਾ। ਕਿਉਂਕਿ ਇਹ ਜੇ ਆਪਾਂ 2007 ਦੀ ਨਹੀਂ ਗੱਲ ਕਰਦੇ, ਜੇ ਆਪਾਂ ਵੇਖਦੇ ਹੈਗੇ ਆ 1984 ਤੋਂ ਬਾਅਦ ਵੀ ਜਿਹੜਾ ਹੋਇਆ ਸੀਗਾ, ਉਦੋਂ ਬਾਅਦ ਜਦੋਂ ਕਾਂਗਰਸ ਆਈ ਸੀਗੀ, ਉਦੋਂ ਵੀ ਇਹਨਾਂ ਨੇ ਕਾਫੀ ਗੈਂਗ ਯਾਨੀ ਕਿ ਮਾਰੇ ਸੀਗੇ ਬੰਦੇ। ਤਾਂ ਆਈ ਡੋਂਟ ਨੋ ਵੀ ਕਿਹਨੂੰ ਆਪਾਂ ਬਲੇਮ ਕਰਦੇ ਹੈਗੇ ਆ, ਕਿ ਇਜ਼ ਦੈਟ ਅਨਦਰ ਪਾਰਟੀਜ਼ ਔਰ ਇਜ਼ ਦੈਟ ਦੀ ਜਿਹੜੀਆਂ ਸਾਡੀਆਂ ਸਰਕਾਰੀ ਏਜੰਸੀਆਂ ਹੈਗੀਆਂ ਇਹ ਕ੍ਰੀਏਟ ਕਰਾ ਰਹੀਆਂ ਹੈਗੀਆਂ। ਤਾਂ
ਇਹਦੇ ਨਾਲ ਦੇ ਨਾਲ ਜਿਹੜਾ ਟ੍ਰਿਪਲ ਕੰਬੀਨੇਸ਼ਨ ਬਣਦਾ ਹੈਗਾ ਪੋਲੀਟੀਸ਼ੀਅਨ, ਪੁਲਿਸ ਐਂਡ ਗੈਂਗਸਟਰ, ਇਹ ਤਿੰਨੇ ਇੱਕੋ ਕੈਟੇਗਰੀ ਦੇ ਵਿੱਚ ਰਲ ਮਿਲ ਕੇ ਕੰਮ ਕਰਦੇ ਹੈਗੇ ਆ। ਇਸ ਨੈਕਸਸ ਨੂੰ ਬ੍ਰੇਕ ਕਰਨਾ ਦੀ ਲੋੜ ਹੈਗੀ ਆ। ਓਕੇ, ਥੈਂਕ ਯੂ ਜੀ ਜੀਵਨ ਗਿੱਲ ਜੀ। ਇਹਦਾ ਸਾਡਾ ਸਰਵੇ ਹੈਗਾ ਕਿ 70% ਜਿਹੜੇ NRI ਆ ਉਹ ਕਹਿੰਦੇ ਆ ਕਿ ਮੋਸਟ ਆਫ ਦਾ ਪੋਲੀਟੀਸ਼ੀਅਨ ਆਰ ਰਿਸਪੌਂਸਿਬਲ for last 20 years. Who is there? We don't know. But we don't want to put anybody's name. Gupta Saab, Professor Saab from Michigan. देखो, मैं समझदा कि जिथे कुमार साहब ने दी ग्लोबल डायमेंशन है, ग्लोबल डायमेंशन हमेशा रहिंदी है, कदी नहीं खत्म होनी। मैं समझदा जे हिस्टरी अप्रूव करेगी कि जे इंडिया नू डिस्टेबलाइजेशन जिहड़ी इंडिया च होई इंदिरा गांधी दे मर्डर दे टाइम, ਉਹਦੇ ਚ ग्लोबल फोर्सिस ਦਾ ਬਹੁਤ ਵੱਡਾ ਰੋਲ ਸੀ। ਬਿਲਕੁਲ ਹਿਸਟਰੀ ਵਿਲ ਪ੍ਰੂਵ ਕਿ ਜਿਹੜੇ ਗਰੁੱਪ ਬੈਠੇ ਸੀ ਬਾਹਰ, CIA ਏਜੰਸੀਆਂ, ਕਈ ਏਜੰਸੀਆਂ ਇੰਦਰਾ ਗਾਂਧੀ ਦੇ ਮਰਡਰ ਚ ਪੂਰੀ ਇਨਵੋਲਵ ਸੀ। ਪੰਜਾਬ ਚ ਟੈਰਰਿਜ਼ਮ ਫਲਾਣਾ, ਫੰਡਿੰਗ ਬਾਹਰੋਂ ਕਰਨੀ, ਇਹਦੇ ਸਟੇਟ ਚੀਜ਼ਾਂ ਹੁੰਦੀਆਂ, ਸਟੇਟ। ਕਿਉਂਕਿ ਇੰਡੀਆ ਨੇ ਬੰਗਲਾਦੇਸ਼ ਦੀ ਜਿਹੜੀ ਲਿਬਰੇਸ਼ਨ ਕਰਾਈ ਸੀ ਉਹ ਇੱਕ ਹਿਸਟੋਰੀਕਲ ਇਵੈਂਟ ਸੀ, ਜਿਹਦੇ ਵਿੱਚ ਇਹ ਪ੍ਰੂਵ ਕੀਤਾ ਗਿਆ ਕਿ ਰਿਲੀਜਨ ਬੇਸਡ ਸਟੇਟ ਜੇ ਹੋਏਗੀ ਨਾ ਉਹ ਕਦੀ ਚੱਲ ਹੀ ਨਹੀਂ ਸਕਦੀ। ਔਰ ਇਹਦੇ ਵਿੱਚ ਜਿਹੜੀ ਫੋਰਸਿਸ ਹੁੰਦੀਆਂ ਨਾ, ਕੋਈ ਵੀ ਅੰਦਰ ਖਾਤੇ ਡਾਇਸੈਂਸ਼ਨ ਹੈ, ਇਹਦੇ ਵਿੱਚ ਇਨਵਿਜ਼ੀਬਲ ਫੋਰਸ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਆਪ ਨੂੰ, ਕਿਉਂਕਿ ਆਪ ਜਿਹੜੀ ਹੈ ਨਈ ਪਾਰਟੀ ਹੈ। ਓਕੇ, ਆਪ ਨੂੰ ਗਲੋਬਲ ਥਾਟ ਪ੍ਰੋਸੈਸ ਨਹੀਂ ਹੈ ਉਹਨਾਂ ਕੋਲ। ਕੇਜਰੀਵਾਲ ਕੱਲਾ ਨਹੀਂ ਲੜ ਸਕਦਾ। ਕੇਜਰੀਵਾਲ ਐਬਸੋਲੂਟਲੀ ਕੱਲਾ ਇੰਡੀਆ 'ਚ ਨਹੀਂ ਲੜ ਸਕਦਾ, ਕਿਉਂਕਿ ਸਟੇਟ ਇੰਨੀ ਪਾਵਰਫੁਲ ਹੈ, ਉਹ ਕੁਝ ਵੀ ਕਰ ਸਕਦੇ ਵਿਦ ਕੇਜਰੀਵਾਲ। ਦੇ ਕੈਨ ਡੂ ਐਨੀਥਿੰਗ। ਸਿਕਿਉਰਿਟੀਆਂ ਦੇ ਥ੍ਰੈਟ ਹੁੰਦੇ ਨੇ, ਜਿਹੜੇ ਬੰਦੇ ਫਾਈਟਰ ਹੁੰਦੇ ਨੇ ਉਹਨਾਂ ਨੂੰ ਸਿਕਿਉਰਿਟੀਆਂ ਦੇ ਥ੍ਰੈਟ ਹੁੰਦੇ ਨੇ। ਮੈਂ ਸਮਝਦਾ ਕਿਉਂਕਿ ਆਪ ਨਈ ਪਾਰਟੀ ਹੈ, ਨਏ ਬੰਦੇ ਇਲੈਕਟਿਡ ਹੋਏ ਹੈ। ਦਿੱਲੀ ਦੀ ਜਿਹੜਾ ਦਿੱਲੀ ਹੈ ਨਾ, ਦਿੱਲੀ ਇਹਦਾ ਲਾ ਐਂਡ ਆਰਡਰ ਫੈਡਰਲ ਗੌਰਮੈਂਟ ਕੋਲ ਹੈ। ਇਸ ਕਰਕੇ ਦਿੱਲੀ ਕੋਈ ਵੀ ਸਿਚੁਏਸ਼ਨ, ਦਿੱਲੀ ਤਾਂ ਰਾਈਟਸ ਹੀ ਹੋ ਗਏ, ਦੇਖੋ 2 ਵਾਰੀ ਹੋਏ, ਹੁਣੀ ਜਹਾਂਗੀਰੀ 'ਚ ਹੋਏ। ਮੈਂ ਸਮਝਦਾ ਇਹਨਾਂ ਨੂੰ ਆਪਣਾ ਇੰਟੈਲੀਜੈਂਸ ਵਿੰਗ ਜ਼ਰੂਰ ਬਣਾਉਣਾ ਚਾਹੀਦਾ ਆਪ ਪਾਰਟੀ ਨੂੰ, ਜਿਹਦੇ ਵਿੱਚ ਸਪੈਸ਼ਲਿਸਟ ਜਿਹੜੇ ਇਹ ਸਪੈਸ਼ਲਿਸਟ ਲੈਣ, ਉਹ ਜਿਹਦੇ ਵਿੱਚ ਪੰਜਾਬ ਨੂੰ ਔਰ ਇੰਟਰਨੈਸ਼ਨਲ ਦੋਨਾਂ ਨੂੰ ਲਿੰਕ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਬਾਰਡਰ ਸਟੇਟ 'ਚ ਈਵੈਂਟਸ ਨੇ ਹੋਣਾ ਹੈ। ਬਾਰਡਰ ਕਿਉਂਕਿ ਬਾਰਡਰ ਦੇ ਅੰਦਰ ਨਾ ਦੇਖੋ, ਜਿਹੜਾ ਇੱਕ ਯਾਦ ਰੱਖਿਓ ਰਮੇਸ਼ ਜੀ, ਤੁਸੀਂ ਸਮਝਦੇ ਹੋ ਕਿ ਜਿਹੜਾ ਅਫਗਾਨਿਸਤਾਨ ਹੈ ਨਾ, ਉਹ ਮੈਕਸਿਮਮ ਪ੍ਰੋਡਿਊਸਰ ਆਫ ਡਰੱਗਸ ਹੈ। ਹਾਂਜੀ, ਅਮਰੀਕਾ ਸਭ ਤੋਂ ਵੱਡਾ ਕੰਜ਼ਿਊਮਰ ਹੈ। ਇੰਡੀਆ ਇੱਕ ਐਸੀ ਬਾਰਡਰ ਸਟੇਟ ਪੰਜਾਬ ਬੈਠਾ ਹੈ ਜਿਹਦੇ ਵਿੱਚ ਪਾਕਿਸਤਾਨ ਹੈ, ਅਫਗਾਨਿਸਤਾਨ ਹੈ। ਡਰੱਗਾਂ ਆਣੀਆਂ ਨਹੀਂ ਹੈ, ਡਰੱਗ ਮਨੀ ਈਜ਼ੀ ਹੁੰਦੀ ਹੈ। ਤੁਸੀਂ ਲਾਈਫ 'ਚ ਇੰਨਾ ਪੈਸਾ ਹੀ ਨਹੀਂ ਕਮਾਉਂਦੇ ਜੇ ਡਰੱਗ ਵਾਲੇ 6 ਮਹੀਨੇ 'ਚ ਪੈਸਾ ਕਮਾ ਲੈਂਦੇ ਨੇ। ਸੋ ਪੰਜਾਬ ਦੇ ਅੰਦਰ ਤੁਹਾਨੂੰ ਬਹੁਤ ਇੰਟੈਲੀਜੈਂਸਲੀ ਵਰਕ ਕਰਨਾ ਪਏਗਾ। ਥੈਂਕ ਯੂ ਗੁਪਤਾ ਸਾਹਿਬ। ਸੁਖਵਾਲ ਜੀ, ਇਹਨੂੰ ਸਤਿ ਸ੍ਰੀ ਅਕਾਲ ਜੀ। ਤੇ ਜਿਹੜਾ ਗੈਂਗ ਕਲਚਰ ਹੈਗਾ, ਜਿੱਦਾਂ ਕਿ ਆਪਾਂ ਸੁਣੀਦਾ ਪਿਛਲੇ 20 ਸਾਲਾਂ ਵਿੱਚ ਫਾਰਮ ਹੋਇਆ, ਜਦੋਂ ਫਿਰ ਗੈਂਗ ਕਲਚਰ ਹੋ ਗਿਆ, ਫਿਰ ਉਹਨੂੰ ਗਨ ਕਲਚਰ ਬਣਾ ਲੈਂਦੇ ਆ, ਫਿਰ ਉਹ ਤੋਂ ਬਾਅਦ ਵਾਇਲੈਂਸ ਹੋਇਆ। ਇਸ ਟਾਈਮ ਤੇ ਪ੍ਰੈਜ਼ੈਂਟ ਤੇ ਜਿੱਦਾਂ ਸੁਣਿਆ ਹੈਗਾ ਵੀ ਸਾਰੇ ਹੁਣ ਬਲੇਮ ਕਰਦੇ ਪ੍ਰੀਵੀਅਸ ਗਵਰਨਮੈਂਟਸ ਨੂੰ, ਪਰ ਇਸ ਟਾਈਮ ਤੇ ਜੋ ਹੋਇਆ ਹੁਣ ਇਸ ਵੇਲੇ ਤਾਂ ਆਪ ਦੀ ਸਰਕਾਰ ਹੈਗੀ ਤੇ ਭਗਵੰਤ ਮਾਨ ਜੀ CM ਵੀ ਹੈਗੇ ਆ ਤੇ ਹੋਮ ਮਿਨਿਸਟਰ ਵੀ ਹੈਗੇ। ਉਹਨਾਂ ਨੂੰ ਇੰਟੈਲੀਜੈਂਸ, ਦਿੱਲੀ ਤੋਂ ਇੰਟੈਲੀਜੈਂਸ ਵੀ ਮਿਲੀ ਸੀ, ਇੰਟੈਲ ਰਿਪੋਰਟ ਸੀਗੀ ਕਿ ਇਹਦੀ ਜਾਨ ਨੂੰ ਖਤਰਾ ਹੈਗਾ। ਉਹ ਤੋਂ ਬਾਵਜੂਦ ਵੀ ਨਹੀਂ ਹੋਇਆ। ਚਲੋ ਨਵੀਂ ਸਰਕਾਰ ਹੈਗੀ ਆ, ਬਟ ਇੱਥੇ ਇੰਪਰੂਵ ਕਰਨ ਦੀ ਬਹੁਤ ਲੋੜ ਹੈਗੀ। ਇੱਕ ਤਾਂ ਜਦੋਂ ਜੇਲ੍ਹਾਂ ਵਿੱਚ ਗੈਂਗਸਟਰ ਬਹਿ ਜਾਂਦੇ ਹੈਗੇ, ਜਾ ਕੇ ਉਹਨਾਂ ਨੂੰ ਯੂਜ਼ ਕਰਦੇ ਆ ਪੋਲੀਟੀਸ਼ੀਅਨ। ਇਹ ਸਾਰਾ ਹੁਣ ਵੀ ਹੋ ਰਿਹਾ ਹੈ। ਜਿਹੜੇ ਬਿਗ ਨੇਮ ਹੈਗੇ, ਹਾਂਜੀ, ਇੱਕੋ ਕਰਦੇ, ਜਿੱਦਾਂ ਹੁਣ ਜੇਲ੍ਹ 'ਤੇ ਬੈਠੇ ਬੰਦੇ ਦਾ ਨਾਂ ਆ ਗਿਆ ਜੀ ਤੇ ਉਹਨੇ ਫਲਾਨਾ ਬੰਦਾ ਮਰਵਾਤਾ, ਉਹਨੂੰ ਹੋਰ ਇੱਕ ਕੇਸ 'ਚ ਪਾ ਦੇਣਗੇ, ਉਹ ਤਾਂ ਅੱਗੇ ਜੇਲ੍ਹ 'ਚ ਬੈਠਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਔਨ ਦਾ ਗਰਾਊਂਡ ਜਿਹੜੇ ਸ਼ੂਟ ਕਰਦੇ ਉਹ ਕਦੀ ਨਹੀਂ ਫੜੇ ਜਾਂਦੇ। ਸੋ ਇਹਦੇ ਲਈ ਜਿਹੜਾ ਹੈਗਾ ਬਹੁਤ ਸਟੇਟ ਨੂੰ ਸਾਰੀਆਂ ਏਜੰਸੀਜ਼ ਨਾਲ ਮਿਲ ਕੇ, ਮੈਂ ਸਪੈਸ਼ਲੀ ਪੰਜਾਬ ਦੀ ਗੱਲ ਕਰਦਾ, ਤੇ ਜਿਹੜਾ ਇਹਦਾ ਰੂਟ ਕਾਜ਼ ਹੈਗਾ ਤਾਂ ਸਾਰਿਆਂ ਨੂੰ ਪਤਾ ਹੀ ਆ, ਬਟ ਉਹਨੂੰ ਖਤਮ ਕਰਨਾ ਪੈਣਾ। ਇੱਕ ਤਾਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ, ਸਰਕਾਰਾਂ ਨਾਲ ਵੀ ਤੇ ਹੋਣ ਵਾਲੀ ਸਰਕਾਰ ਨਾਲ ਵੀ। ਚਲੋ ਛੋਟੀ ਸਰਕਾਰ ਹੈਗੀ, ਥੋੜਾ ਟਾਈਮ ਹੋਇਆ, ਲੇਕਿਨ
ਜਦੋਂ ਅਸੀਂ ਲੋਕਾਂ ਨੂੰ ਫ੍ਰੀ ਵੀਜ਼ ਵੰਡਣ ਲੱਗ ਜਾਂਦੇ ਆ ਹਨਾ, ਤਾਂ ਲੋਕੀ ਕਹਿੰਦੇ ਅਸੀਂ ਕਿਉਂ ਕੰਮ ਕਰੀਏ, ਸਾਨੂੰ ਤਾਂ ਪੈਸੇ ਫ੍ਰੀ 'ਚ ਮਿਲੀ ਜਾਣੇ ਆ। ਇਹ ਕਲਚਰ ਖਤਮ ਕਰਨਾ ਪੈਣਾ। ਜਿਹੜਾ ਬੇਰੁਜ਼ਗਾਰੀ ਯੂਥ ਵਿੱਚ ਹੈਗੀ ਆ, ਜਦੋਂ ਬੇਰੁਜ਼ਗਾਰੀ ਨਹੀਂ ਹੋਊਗੀ, ਰੋਜ਼ਗਾਰ ਮਿਲੂਗਾ, ਯੂਥ ਡਰੱਗ ਤੋਂ ਵੀ ਦੂਰ ਭੱਜੂਗਾ ਤੇ ਗੈਂਗ ਐਕਟੀਵਿਟੀ ਤੋਂ ਵੀ ਦੂਰ ਭੱਜੂਗਾ। ਹੁਣ ਜਿਹੜਾ ਬੰਦਾ 8 ਘੰਟੇ 10 ਘੰਟੇ ਕੰਮ ਕਰਕੇ ਆਊਗਾ, ਆਪਣੇ ਪਰਿਵਾਰ ਵਿੱਚ ਆ ਕੇ ਬੈਠੂਗਾ, ਉਹਦੇ ਦਿਮਾਗ 'ਚ ਤਾਂ ਇਦਾਂ ਦੀਆਂ ਗੱਲਾਂ ਆਉਣੀਆਂ ਹੀ ਨਹੀਂ। ਐਂਡ ਆਫ ਮਾਈ ਟਾਕ ਮੈਂ ਇਹ ਕਹੂੰਗਾ ਵੀ ਇਹ ਜਿਹੜਾ ਹੁਣ ਹੋਇਆ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਇਹ ਹੈ ਤਾਂ ਗੈਂਗ ਕਲਚਰ ਦਾ ਪਾਰਟ ਸੀਗਾ, ਗਨ ਵਾਇਲੈਂਸ ਦਾ ਪਾਰਟ ਸੀਗਾ, ਬਟ ਮੋਸਟਲੀ ਇਸ ਟਾਈਮ 'ਚ ਪੰਜਾਬ 'ਚ ਜਿਹੜੀ ਹੈਗੀ ਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ। ਬਿਊਟੀਫੁਲ, ਥੈਂਕ ਯੂ ਸਵਾਲ ਜੀ, ਬੜੇ ਅੱਛੇ ਤਰੀਕੇ ਨਾਲ। ਚੀਮਾ ਸਾਹਿਬ, ਤੁਸੀਂ ਆਪਣੇ ਹਿਸਾਬ ਨਾਲ ਮੈਨੂੰ ਪਤਾ ਕਰ ਲੋਗੇ ਕੋਈ ਨਾ ਕੋਈ ਕੁਐਸਚਨ? ਹਾਂ ਕਰੋ ਜੀ। ਨਹੀਂ ਜੇ ਕੁਐਸਚਨ ਵਾਲੀ ਤਾਂ ਜੈ ਸਾਹਿਬ ਕੋਈ ਗੱਲ ਨਹੀਂ, ਪਰ ਫਿਲਹਾਲ ਹਾਂ ਮੇਰੀ ਪਰਸੈਪਸ਼ਨ ਇਹ ਹੈ, ਜਿਵੇਂ ਦੱਸਿਆ ਗਲੋਬਲਾਈਜੇਸ਼ਨ ਹੈਗੀ ਹੈ, ਗਲੋਬਲ ਇੰਪੈਕਟ ਹੈਗਾ ਗੈਂਗਰਾਂ ਦਾ, ਵਿੱਚ ਕੋਈ ਸ਼ੱਕ ਨਹੀਂ ਹੈਗਾ ਆ ਸਾਰੇ ਪਾਸੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੀ ਗੈਂਗ ਕਲਚਰ ਹੈਗਾ, ਇਹਦੇ ਵਿੱਚ ਪੋਲੀਟੀਸ਼ੀਅਨ ਦੀ ਦੇਣ ਹੈਗੀ ਹੈ, ਉਹ ਦੋਨੋਂ ਮੇਜਰ ਪਾਰਟੀ ਦੀ ਦੇਣ ਹੈਗੀ ਹੈ। ਜਿੰਨੇ ਵੀ ਪਿੱਛੇ ਮਰਡਰ ਹੋਇਆ, ਉਹਨਾਂ ਦਾ ਜਾਂ ਉਸ ਪਾਰਟੀ ਨਾਲ ਤਲਕ ਰਿਹਾ ਜਾਂ ਉਸ ਪਾਰਟੀ ਦਾ ਤਲਕ ਰਿਹਾ, ਕੋਈ ਸ਼ੱਕ ਨਹੀਂ। ਪਰ ਇਹਦੇ ਵਿੱਚ ਕੱਲੀਆਂ ਇਹ ਪਾਰਟੀਆਂ ਨਹੀਂ, ਇਹਦੋਂ ਬਾਹਰਲੀਆਂ ਪਾਰਟੀਆਂ ਵੀ ਇਨਵੋਲਵ ਨੇ, ਏਜੰਸੀਜ਼ ਔਰ ਇਵਨ ਸੈਂਟਰ ਪਾਰਟੀਜ਼ ਦੇ ਆਰ ਆਲਸੋ ਇਨਵੋਲਵਡ ਇਨ ਇਟ। ਉਹਦਾ ਮੈਂ ਇੰਪੈਕਟ ਮਾੜਾ ਜਿਹਾ ਇਹ ਦੱਸਾਂ, ਜਿਵੇਂ ਹੁਣ ਸੁਖਜਿੰਦਰ ਰੰਧਾਵਾ ਮਿਨਿਸਟਰ ਆ, ਹੋਮ ਮਿਨਿਸਟਰ ਆ, ਡਿਪਟੀ ਸੀਐਮ ਰਿਹਾ, ਉਹਦੀ ਸਟੇਟਮੈਂਟ ਹੈ ਕਿ ਜੇਲ੍ਹਾਂ ਦੇ ਵਿੱਚ ਫੋਨ ਜਾਂ ਹੋਰ ਕਰਨ ਦੀ ਸੀ ਜੋ ਕਿਹਾ ਸੀ ਰੁਕਾਵਟ, ਤੇ ਸਾਨੂੰ ਏਜੰਸੀਆਂ ਪ੍ਰੋਵਾਈਡ ਕਰਦੀਆਂ ਨੇ। ਜਦੋਂ ਉਹਨਾਂ ਨੂੰ ਕਿਹਾ ਕਿਉਂ ਕਰਦੇ ਹੋ, ਉਹ ਕਹਿੰਦੇ ਜੀ ਸਾਨੂੰ ਇਹਨਾਂ ਤੋਂ ਫਾਇਦਾ ਹੈਗਾ, ਇਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ, ਸੋ ਦੇ ਆਰ ਪਲੇਇੰਗ ਵਿਦ ਲੋਕਾਂ ਦੀ ਬਾਤ। ਹੁਣ ਜਿੱਥੋਂ ਗੱਲ ਖਤਮ ਦੀ ਕਰਨ ਦੀ ਸੀ ਵੀ ਆਪਾਂ ਦੱਸਿਆ ਸੀ ਵੀ ਆਹ ਸਕੀਮਾਂ ਕਰ, ਏਦਾਂ ਕਰਾਂ, ਉਹਦੇ ਵਾਸਤੇ ਚਾਹ ਹੁੰਦਾ। ਏਜੰਸੀ ਤਾਂ ਕੰਮ ਕਰਨ ਜੇ ਏਜੰਸੀਆਂ ਨੇ ਖਤਮ ਕਰਨਾ, ਤੇ ਏਜੰਸੀਆਂ ਨੂੰ ਉਹਨਾਂ ਨੂੰ ਪ੍ਰੋਪੇਗੇਟ ਕਰਨਾ ਵੀ ਉਹ ਕਿਵੇਂ ਖਤਮ ਹੋਣਗੇ। ਗੱਲ ਨੀਤ ਦੀ ਹੈਗੀ ਹੈ, ਸਾਡੀ ਨੀਤ ਨਹੀਂ, ਅਸੀਂ ਉਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਆਪਣੇ ਡਿਫਰੈਂਟ ਐਂਗਲ, ਡਿਫਰੈਂਟ ਪਰਪਸ ਵਾਸਤੇ ਯੂਜ਼ ਕਰਦੇ ਹਾਂ। ਇਸ ਕਰਕੇ ਇੱਥੇ ਜਿਹੜੀ ਦੇਣ ਹੈ ਉਹ ਪੋਲੀਟੀਕਲ ਪਾਰਟੀ ਹੈ, ਫਰੋਮ ਸਟੇਟ ਟੂ ਸੈਂਟਰ, ਐਵਰੀਬਡੀ ਇਜ਼ ਯੂਜ਼ਿੰਗ। ਮੈਂ ਬਰੀਫ ਐਗਜ਼ਾਮਪਲ ਹਿੰਟ ਥੋੜਾ ਦਿਆਂਗਾ। ਹੁਣ ਇਹਦੇ ਵਿੱਚ ਜਿਹੜਾ ਮੇਨ ਨਾਂ ਉੱਭਰ ਕੇ ਆਇਆ ਹੈਗਾ, ਬਿਸ਼ਨੋਈ ਦਾ ਆਇਆ ਹੈਗਾ ਉੱਭਰ ਕੇ, ਔਰ ਉਹਦੇ ਵਿੱਚ ਜੋ ਫੈਕਟ ਸਾਹਮਣੇ ਆ ਰਿਹਾ, ਸ਼ਰੇਆਮ ਦਿਸ ਰਿਹਾ ਕਿ ਸੈਂਟਰਲ ਗਵਰਨਮੈਂਟ ਜਾਂ ਸੈਂਟਰਲ ਏਜੰਸੀ ਦੇ ਆਰ ਸਪੋਰਟਿੰਗ them। ਉਹ ਪੰਜਾਬ ਦੇ ਵਿੱਚ ਐਕਟ ਹੋਇਆ, ਪੰਜਾਬ ਦੇ ਵਿੱਚ ਕ੍ਰਾਈਮ ਹੋਇਆ, ਉਹਦੇ ਨਾਲ ਰਿਲੇਟਡ ਉਹ ਨਾ ਆਇਆ। ਉਹ ਦਿੱਲੀ ਵਾਲੀ ਟੀਮ ਚੁੱਪ ਚਪੀਤੇ ਆ ਕੇ 5 ਦਿਨ ਦਾ ਰਿਮਾਂਡ ਲੈ ਕੇ ਬਹਿ ਗਈ, ਉਹ ਖਤਮ ਹੈ, 5 ਦਾ ਰਿਮਾਂਡ ਹੋਰ ਲੈ ਲਿਆ। ਕਿਉਂ? ਪੰਜਾਬ ਗਵਰਨਮੈਂਟ ਜਾਂ ਪੰਜਾਬ ਪੁਲਿਸ ਰਿਮਾਂਡ ਦਾ ਨਾਂ ਲੈ ਸਕੇ। ਇਨ ਦਾ ਮੀਨਵਾਈਲ ਕੋਈ ਹੋਰ ਤਰੀਕੇ ਲੱਭਣਗੇ। ਸੋ ਇਟ ਮੀਨਸ ਇਹ ਪੋਲੀਟੀਕਲ ਗੇਮਾਂ ਨੇ, ਇਹ ਆਮ ਬੰਦੇ ਜਾਂ ਗੇਮ ਦੀ ਗੱਲ ਨਹੀਂ। ਇਹਦੇ ਵਿੱਚ ਨਾ ਹੀ ਇਹਦੇ ਨਾਲ ਆਪਾਂ ਜੌਬ ਦੀ ਗੱਲ ਕਰੀਏ ਵੀ ਜੌਬ ਨਹੀਂ ਗੱਲ ਤਾਂ ਕਰਕੇ ਬੰਦੇ ਉਸ ਪਾਸੇ ਵੜੇ ਨੇ। ਇਹ ਤਾਂ ਪੋਲੀਟੀਕਲ ਬੰਦੇ ਨੇ ਜਿਹੜੇ ਕਿ ਉਹਨੂੰ ਯੂਜ਼ ਕਰਨ ਵਾਸਤੇ ਪਹਿਲਾਂ ਕਰਦੇ ਨੇ, ਔਰ ਜਿੱਦਣ ਇਹਨਾਂ ਨੂੰ ਲੱਗਿਆ ਸਾਰੀ ਯੂਜ਼ ਖਤਮ ਜਾਂ ਫਸ ਗਏ ਦੇ ਉਹਨਾਂ ਨੇ ਆਪੇ ਇਹਨਾਂ ਨੂੰ ਖਤਮ ਕਰ ਦੇਣਾ। ਸੋ ਬਰੀਫਲੀ ਮੈਂ ਨਹੀਂ ਕਹਾਂ। ਬਿਊਟੀਫੁਲ, ਥੈਂਕ ਯੂ ਜੀ ਚੀਮਾ ਸਾਹਿਬ, ਬੜਾ ਤੁਸੀਂ ਅੱਛੇ ਤਰੀਕੇ ਨਾਲ ਫਿਰ ਡਾਕਟਰ ਰਮੇਸ਼ ਜੀ, ਆਪਾਂ ਫਿਰ ਬੱਲੀ ਸਾਹਿਬ ਤੇ ਕੁਐਸਚਨ ਲੈ ਕੇ ਆਉਣਾ ਹੈਗਾ ਏ। ਕੁਝ ਲੋਕ ਸਮਝ ਨਹੀਂ ਆਉਂਦੀ ਹੈ, ਕੁਝ ਪਰਸੈਂਟੇਜ ਜ਼ਿਆਦਾ ਨਹੀਂ ਹੈ, 20-25% ਜ਼ਿਆਦਾ ਹੀ ਐਂਫਸ ਕਰਦੇ ਆ ਕਿ ਸਿਕਿਉਰਿਟੀ ਕੱਟਤੀ ਜੀ, ਇਹ ਤਾਂ ਇਸ ਕਰਕੇ ਹੋ ਗਿਆ ਜੀ, ਬੜੀ ਗਲਤੀ ਕੀਤੀਆਂ ਪਾਰਟੀ ਨੇ, ਬਹੁਤ ਬੁਰਾ ਹਾਲ ਕਰਤਾ, ਸਿਕਿਉਰਿਟੀ ਕੱਟ ਕੇ। ਇਹ ਨਹੀਂ ਸਮਝ ਆਈ ਮੈਨੂੰ ਵੀ ਇਹ ਕਿਹੜੇ ਤਰੀਕੇ ਨਾਲ ਆਪਾਂ ਕਰਕੇ ਇਹਨੂੰ ਅੱਗੇ ਵਧਾਈਏ। ਹਾਂਜੀ, ਮੈਂ ਗੱਲ ਕਰ ਰਿਹਾ ਸੀ ਗੈਰੀ ਸਾਹਿਬ ਤੁਹਾਡੇ ਨਾਲ ਕਿ ਜਦੋਂ ਭਗਵੰਤ ਮਾਨ ਸਿੰਘ ਚੀਫ ਮਿਨਿਸਟਰ ਨਹੀਂ ਸੀ ਬਣੇ, ਉਦੋਂ ਇਹ ਕਹਿ ਰਿਹਾ ਸੀ ਵੀ ਮੈਨੂੰ ਕਿਤੋਂ ਖਤਰਾ ਆ, ਮੈਨੂੰ ਸਿਕਿਉਰਿਟੀ ਦੀ ਕੀ ਜ਼ਰੂਰਤ ਹੈ। ਜਦੋਂ ਤੁਸੀਂ ਚੀਫ ਮਿਨਿਸਟਰ ਹੈਡ ਆਫ ਦੀ ਸਟੇਟ ਬਣਦੇ ਹੋ ਤਾਂ ਤੁਹਾਡੇ ਇੰਟਰਨਲ ਤੇ ਐਕਸਟਰਨਲ ਵੈਰੀ ਜਿਹੜੇ ਆ ਤੁਹਾਡੇ, ਉਹਨਾਂ ਨੂੰ ਡਿਫੈਂਡ ਕਰਨ ਲਈ ਤੁਹਾਨੂੰ ਉਹ ਸਰਕਲ ਬਣਾਉਣਾ ਹੀ ਪੈਣਾ ਟੂ ਪ੍ਰੋਟੈਕਟ ਯੋਰਸੈਲਫ। ਤੇ ਕਿਉਂਕਿ ਉਹ ਜਿਹੜੀਆਂ ਉਹਨੇ ਪਹਿਲਾਂ ਗੱਲਾਂ ਕੀਤੀਆਂ, ਪਹਿਲਾਂ ਸੋਚ ਸੀ ਭਗਵੰਤ ਮਾਨ ਦੀ, ਉਹ ਕੁਝ ਹੋਰ ਸੀ ਐਜ ਏ ਆਰਡੀਨਰੀ, ਐਜ ਏ ਆਮ ਪਰਸਨ, ਆਮ ਆਦਮੀ। ਤੇ ਹੁਣ ਐਜ ਏ ਚੀਫ ਮਿਨਿਸਟਰ ਆ ਜੋ ਘਟਨਾ ਵਾਪਰੀ ਆ, ਮੈਨੂੰ ਪੂਰਾ ਯਕੀਨ ਆ ਕਿ ਇਹਦੇ ਨਾਲ ਉਹਨਾਂ ਦੇ ਹੋਰ ਥੋੜੇ ਜਿਹੜਾ ਵਿਜ਼ਨ ਉਹਦਾ, ਉਹਨਾਂ ਦਾ ਹੋਰਾਈਜ਼ਨ ਵਾਈਡ ਹੋਏਗਾ ਇਹਦੇ ਨਾਲ। ਤੇ ਇਹ ਚੀਜ਼ ਦੀ ਉਹਨਾਂ ਨੂੰ ਸਮਝ ਆਏਗੀ ਵੀ ਸਿਕਿਉਰਿਟੀ ਦੀ ਕਿੰਨੀ ਜ਼ਰੂਰਤ ਹੈ, ਉਹ ਕਿਹਨੂੰ ਜ਼ਰੂਰਤ ਹੈ। ਉਹਨਾਂ ਨੂੰ ਜਿੱਦਾਂ ਹੁਣ ਕਿਹਾ ਸੀਗਾ ਆਪਣਾ ਚੀਮਾ ਸਾਹਿਬ ਨੇ ਵੀ ਸਾਨੂੰ ਇਹ ਆਪਣੇ ਗੁਪਤਾ ਜੀ ਨੇ ਵੀ ਜਿਹੜੀ ਉਹਨਾਂ ਨੂੰ ਇੱਕ ਇੰਟੈਲੀਜੈਂਸ ਵਿੰਗ ਬਣਾਉਣਾ ਚਾਹੀਦਾ ਆਪ ਨੂੰ ਪੰਜਾਬ ਦੇ ਵਿੱਚ, ਤਾਂ ਕਿ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਰਹੇ। ਵੈਸੇ ਤਾਂ ਉਹ ਸਾਡੇ ਮੈਂਟਲ ਹੈਲਥ ਦੇ ਵਿੱਚ ਕੰਸੈਪਟ ਹੈ ਕਿ ਟੂ ਮਚ ਐਨਾਲਿਸਿਸ ਲੀਡ ਟੂ ਪੈਰਾਲਿਸਿਸ।
ਤੇ ਉਹ ਚੀਜ਼ ਤੋਂ ਬਚਣ ਦੇ ਲਈ ਉਹਨਾਂ ਨੂੰ ਸਿਰਫ ਇੰਟੈਲੀਜੈਂਸ ਦੇ ਵਿੱਚ ਸਿਰਫ ਸਪਾਈ ਨਹੀਂ ਭਰਤੀ ਕਰਨੇ ਚਾਹੀਦੇ ਇੰਟੈਲੀਜੈਂਸ, ਉਹਦੇ ਵਿੱਚ ਪ੍ਰੋਫੈਸਰ ਵੀ ਹੋਣੇ ਚਾਹੀਦੇ ਆ, ਉਹਦੇ ਵਿੱਚ ਆਮ ਬੰਦੇ ਵੀ ਹੋਣੇ ਚਾਹੀਦੇ ਆ, ਉਹ 'ਚ ਬਿਊਰੋਕਰੈਟਸ ਵੀ ਹੋਣੇ ਚਾਹੀਦੇ ਆ, ਉਹ 'ਚ ਫਿਲਾਸਫਰ ਵੀ ਹੋਣੇ ਚਾਹੀਦੇ ਆ, ਤਾਂ ਕਿ ਸਾਰੇ ਧਿਰਾਂ ਦੀਆਂ ਜਿਹੜੀਆਂ ਨਾ ਸੋਚ ਉਹਦੇ ਵਿੱਚ ਸ਼ਾਮਲ ਹੋਵੇ। ਤੇ ਇਸ ਕਰਕੇ ਸਿਰਫ ਸਿਕਿਉਰਿਟੀ ਇਕੱਲੀ ਦਾ ਇਸ਼ੂ ਨਹੀਂ ਹੈ, ਇਟਸ ਇਕਨੋਮਿਕ ਇਸ਼ੂ ਟੂ। ਜਿੱਦਾਂ ਮੈਂ ਕਿਹਾ ਵਰਲਡ ਵਾਈਡ ਇਕਨੋਮਿਕ ਇਸ਼ੂ। ਤੁਸੀਂ ਇੱਥੇ ਅਮਰੀਕਾ ਦੀ ਇੱਕ ਕਹਾਵਤ ਜਿਹੜੀ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਫੋਲੋ ਦੀ ਮਨੀ, ਜਦੋਂ ਤੁਸੀਂ ਫੋਲੋ ਦੀ ਮਨੀ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ who is involved, who is not involved, track the money where it's coming, where it's going। ਤੇ ਜਿਹੜਾ ਇਹ ਕਤਲ ਵੀ ਹੋਇਆ, ਜੇ ਫੈਡਰਲ ਗਵਰਨਮੈਂਟ, ਯੂਨੀਅਨ ਗਵਰਨਮੈਂਟ, ਫੈਡਰਲ ਦਾ ਜਿਹੜਾ ਤੁਸੀਂ ਕਹਿੰਦੇ ਹੋ ਉਹਨਾਂ ਨੇ ਲੈ ਲਿਆ ਹੈਗਾ ਇਹਨਾਂ ਦਾ ਰਿਮਾਂਡ, ਤੇ ਜੇ ਉਹ ਨਾ ਲੈਂਦੇ, ਠੀਕ ਹੈ ਨਾ, ਤੇ ਉਹ ਫਸਦੇ ਸੀ ਇਸ ਵਿੱਚ। ਤੇ ਜਿੰਨੇ ਵੀ IB ਦੇ, ਮੈਂ ਤਾਂ ਇਹੀ ਕਹਾਂਗਾ ਵੀ ਜਿੰਨੇ ਵੀ ਇਹ ਇੰਟੈਲੀਜੈਂਸ ਏਜੰਸੀਆਂ ਹੈਗੀਆਂ, they are puppets of these politicians until unless we have a neutralization policies। ਤੇ ਇਹਨਾਂ ਨੂੰ ਉਹਨਾਂ ਦੇ ਕਲਚਸ ਤੋਂ, ਜਿੱਦਾਂ ਹੁਣ ਇੱਥੇ ਆ CIA, ਇੱਥੇ ਡਾਇਨ ਫਾਈਨਸਟਾਈਨ ਨੂੰ ਵੀ ਉਹਨਾਂ ਨੇ ਅੱਖਾਂ ਦਿਖਾਤੀਆਂ ਜਦੋਂ CIA ਨੂੰ ਇਨਵੈਸਟੀਗੇਟ ਕਰ ਰਹੀ ਸੀ ਸੈਨੇਟ, ਤੇ ਡਾਇਨ ਫਾਈਨਸਟਾਈਨ ਦੇ ਆਫਿਸ ਵੜ ਕੇ CIA ਨੇ ਕੰਪਿਊਟਰ ਤੋੜੇ, ਕੰਪਿਊਟਰ ਚੱਕੇ, ਉਹਦਾ ਆਫਿਸ ਭੰਨਿਆ, ਆਫਿਸ ਭੰਨ ਕੇ ਉਹਨੂੰ ਦੱਸ ਦਿੱਤਾ ਵੀ ਅਸੀਂ ਕੌਣ ਹੈ। ਇਹਨਾਂ ਚੀਜ਼ਾਂ ਤੋਂ ਦੋਨੇ ਧਿਰਾਂ ਨੂੰ ਸਾਨੂੰ ਬਚਣਾ ਚਾਹੀਦਾ। ਕਮ ਸੇ ਕਮ ਇੰਡੀਪੈਂਡੈਂਸ ਇੱਕ ਪਾਸੇ ਹੋਣੀ ਚਾਹੀਦੀ, ਦੂਸਰੇ ਪਾਸੇ ਉਹਨਾਂ ਦੀ ਮੋਨੀਟਰਿੰਗ ਵੀ ਹੋਣੀ ਚਾਹੀਦੀ ਹੈ ਬਾਈ ਪਬਲਿਕ ਏਜੰਸੀਜ਼। ਜੀਵਨ ਗਿੱਲ ਜੀ, ਸਿਕਿਉਰਿਟੀ ਦਾ ਇਸ਼ੂ ਹੈਗਾ ਵੀ ਸਿਕਿਉਰਿਟੀ ਕਿਸ ਤਰ੍ਹਾਂ ਡਾਊਨ ਹੋਈ ਤਾਂ ਇਹ ਕਿਲਿੰਗ ਹੋਈ ਆ, ਕੁਝ ਲੋਕ ਇਸ ਤਰ੍ਹਾਂ ਦਾ ਇਸ਼ੂ। ਤੁਹਾਡਾ ਅਨਮਿਊਟ ਕਰ ਲਓ ਪਹਿਲਾਂ, ਅਨਮਿਊਟ। ਸਿਕਿਉਰਿਟੀ ਦਾ ਤਾਂ ਐਡਾ ਵੱਡਾ ਇਸ਼ੂ ਨਹੀਂ ਹੈਗਾ, ਪਰ ਥੋੜਾ ਜਿਹਾ ਪਰਸੈਂਟੇਜ ਜਾਂਦੀ ਹੈਗੀ ਹੈ ਵੀ ਜਦੋਂ ਤੁਸੀਂ ਕਿਸੇ ਦੀ ਸਿਕਿਉਰਿਟੀ ਡਿਕਲਾਈਨ ਕਰਦੇ ਹੈਗੇ, ਚਾਹੇ ਉਹ ਲੇਟ ਆਵੇ ਚਾਹੇ ਅਰਲੀ ਆਵੇ, ਉਹ ਨਿਊਜ਼ ਸਭ ਆ ਜਾਂਦੀ ਹੈਗੀ ਆ। ਉਹਦੇ 'ਚ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਸਿਕਿਉਰਿਟੀ ਤਾਂ 25 ਬੰਦਿਆਂ ਦੀ ਹੋਰਾਂ ਦੀ ਵੀ ਰਿਡਿਊਸ ਹੋਈ ਹੈਗੀ ਆ। ਤਾਂ ਇਹ ਨਹੀਂ ਹੈਗਾ ਉਹਦੇ 'ਚ, ਜਿੱਥੇ ਅਸੀਂ ਸਿਕਿਉਰਿਟੀ ਨੂੰ ਵੀ ਥੋੜਾ ਯਾਨੀ ਕਿ ਕੁਝ ਪਰਸੈਂਟੇਜ ਅਸੀਂ ਬਲੇਮ ਕਰ ਸਕਦੇ ਹਾਂ, ਪਰ ਉਹਦੇ 'ਚ ਉਨੇ ਹੀ ਪਰਸੈਂਟੇਜ ਉਹਦੀ ਆਪਦੀ ਵੀ ਬਲੇਮ ਹੈਗੀ ਆ। ਜਦੋਂ ਉਹਦੇ ਕੋਲੇ ਉਹਨੂੰ ਥ੍ਰੈਟ ਆ ਰਹੇ ਹੈਗੇ ਆ, ਉਹਦੇ ਕੋਲੇ ਬੁਲਟ ਪ੍ਰੂਫ ਗੱਡੀ ਹੈਗੀ ਆ, ਉਹਦੇ ਕੋਲੇ ਸਿਕਿਉਰਿਟੀ ਗਾਰਡ ਹੈਗੇ ਆ, ਉਹ ਕਿਉਂ ਘਰੇ ਛੱਡ ਕੇ ਗਿਆ ਹੈਗਾ? ਇਹ ਸਭ ਤੋਂ ਵੱਡਾ ਕੁਐਸਚਨ ਹੈਗਾ ਵੀ ਫਿਰ ਜੇ ਉਹ ਗਿਆ ਹੈਗਾ ਤਾਂ ਕਿਹਦੇ ਉਹਦੀ ਨਿਊਜ਼ ਦਿੱਤੀ ਹੈਗੀ ਆ ਵੀ ਜਿੱਥੋਂ ਉਹ ਫੋਲੋ ਕਰ ਰਹੇ ਆ ਵੀ ਅੱਜ ਇਹ ਬਿਨਾਂ ਹਥਿਆਰ ਤੋਂ ਹੈਗਾ, ਬਿਨਾਂ ਬਾਡੀਗਾਰਡ ਤੋਂ ਹੈਗਾ, ਕਿਸੇ ਨਾ ਕਿਸੇ ਨੇ ਉਸ ਦੀ ਨਿਊਜ਼ ਦਿੱਤੀ ਹੈਗੀ, ਉਸ ਤੋਂ ਬਾਅਦ ਉਹ ਉਹਦੇ ਮਗਰ ਲੱਗੇ ਹੈਗੇ ਆ। ਹਾਂ, ਜੇ ਤੁਹਾਨੂੰ ਥ੍ਰੈਟ ਆ ਰਹੇ ਹੈਗੇ ਆ ਰੈਗੂਲਰਲੀ ਤੇ ਤੁਹਾਨੂੰ ਆਪਣਾ ਪ੍ਰੋਟੈਕਸ਼ਨ ਆਪ ਵੀ ਕਰਨਾ ਚਾਹੀਦਾ ਹੈਗਾ। ਹਾਂ, ਜੇ ਉੱਥੇ ਸਿਕਿਉਰਿਟੀ ਦਾ ਮੈਂ ਜ਼ਿਆਦਾ ਬਲੇਮ ਉਹ ਤਾਂ ਮੰਨਦਾ ਜੇ ਉਹ ਕਹਿੰਦੇ ਹੈਗੇ ਵੀ ਸਿਕਿਉਰਿਟੀ ਉਹਨੇ 2 ਜਿਹੜੇ ਸੀਗੇ ਉਹ ਵੀ ਮੋੜ ਦਿੰਦਾ, ਆਪਦੇ ਲੋਕ ਕਹਿੰਦਾ ਹੈਗਾ ਵੀ ਤੁਸੀਂ ਜਿਹੜੇ ਬਾਕੀ ਵਾਪਸ ਲਏ ਮੈਂ ਆ ਵੀ ਵਾਪਸ ਕੀਤੇ ਹੈਗੇ ਆ। ਉੱਥੇ ਫਿਰ ਜੇ ਉਹਦੇ ਕੋਈ ਡੈਮੇਜ ਹੁੰਦਾ ਹੈਗਾ then it may be goes responsibility goes to the government। ਤੇ ਇਹਦੇ ਹਿਸਾਬ ਨਾਲ ਵੀ ਹੈਗਾ ਵੀ ਅਸੀਂ ਯਾਨੀ ਕਿ ਕਈ ਚੀਜ਼ਾਂ ਯਾਨੀ ਕਿ ਇਹ ਮੀਡੀਆ ਹਾਈਪ ਆਪਣੇ ਯਾਨੀ ਕਿ ਵਿਊਜ਼ ਬਣਾਉਣ ਵਾਸਤੇ ਵੀ ਕਰਦੀ ਹੈਗੀ ਆ, ਪਰ ਇਹਦੇ ਪਿੱਛੇ ਹਲੇ ਤਾਈਂ ਯਾਨੀ ਕਿ ਕਿਹੜੀ ਥਿਊਰੀਜ਼ ਹੈਗੀਆਂ ਕਈ ਡਿਫਰੈਂਟ। ਹੁਣ ਫੈਡਰਲ ਦੀ ਵੀ ਵਿੱਚ ਇਹ ਗੱਲ ਆਈ ਜਾਂਦੀ ਹੈਗੀ ਆ, ਗੈਂਗਵਾਰ ਦੀ ਵੀ ਆਈ ਜਾਂਦੀ ਹੈਗੀ ਆ, ਹੋਰ ਕਈ ਇਸ਼ੂਜ਼ ਆਈ ਜਾਂਦੇ ਹੈਗੇ ਆ। What is the theory? Nobody knows. Like maybe after a couple of years we know that what is the real theory behind that one. So it is a complicated issue, but ਉਹਦੇ 'ਚ main ਜਿਹੜਾ ਆਪਣਾ focus ਹੈਗਾ what the AAP is going to do to eliminate this culture. ਬਿਊਟੀਫੁਲ, ਥੈਂਕ ਯੂ ਜੀ। ਮੱਲੀ ਸਾਹਿਬ, ਤੁਸੀਂ ਇਹਨਾਂ ਦਾ ਆਨਸਰ ਦੇ ਦੋਗੇ ਸਿਕਿਉਰਿਟੀ ਦੇ ਬਾਬਤ ਥੋੜਾ ਜਿਹਾ? ਗਰਮਾ ਗੱਲ ਇਸ ਤਰ੍ਹਾਂ ਹੈਗੀ ਹੈ, ਜਿਹੜੀ ਸਿਕਿਉਰਿਟੀ ਦੀ ਨੈਗਲੀਜੈਂਸੀ ਹੈਗੀ ਆ ਉਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਕੋਈ ਵੱਡਾ ਇਸ਼ੂ ਨਹੀਂ ਸੀਗਾ, ਕਿਉਂਕਿ ਸਿਕਿਉਰਿਟੀ ਜਿਹੜੀ ਵਾਪਸ ਲੈ ਗਏ ਸੀ 424 ਬੰਦੇ ਸਿਕਿਉਰਿਟੀ ਘਟਾਏ ਗਏ ਸੀ, ਨਾ ਕਿ ਵਾਪਸ ਲੈ ਗਏ ਸੀ। ਉਹ ਵੀ ਟੈਂਪਰੇਰੀ ਘਟਾਈ ਸੀਗੀ ਕਿ ਤੁਹਾਨੂੰ ਪਤਾ ਵੀ ਅੱਜ ਸਾਡੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਘੱਲੂਘਾਰਾ ਦਿਵਸ ਹੈਗਾ ਆ 6 ਜੂਨ ਦਾ ਜਿਹੜਾ 1983 ਦਾ ਸੀਗਾ ਕਾਂਡ, ਉਹਦੇ ਮੁਤਾਲਕ ਹੈਗਾ ਉਹਦੇ ਵਾਸਤੇ ਸਿਕਿਉਰਿਟੀ ਵਾਪਸ ਲਈ ਸੀਗੀ। ਪਰ ਜਿਹੜੀ ਗੱਲ ਹੈਗੀ ਆ ਸਿੱਧੂ ਸਾਹਿਬ ਦੇ ਮੂਸੇਵਾਲੇ ਦੀ, ਉਹ ਇਸ ਤਰ੍ਹਾਂ ਵੀ ਉਹਦੇ ਵਿੱਚ ਜੇ ਮੰਨ ਲਓ
ਸਿਕਿਉਰਿਟੀ ਹੋਰ ਵੀ ਹੁੰਦੀ, ਨਾ ਵੀ ਘਟਾ ਜਾਂਦੀ, ਪਰ ਜੇ ਉਹ ਨਾਲ ਹੀ ਨਹੀਂ ਸੀ ਗਏ ਤਾਂ ਸਿਕਿਉਰਿਟੀ ਦਾ ਕੀ ਸੀਗਾ ਮਤਲਬ ਜੀ। ਜੇ ਤਾਂ ਉਹ ਨਾਲ ਜਾਂਦੇ ਜੀ ਸਿਕਿਉਰਿਟੀ ਵਾਲੇ, ਫੇਰ ਅਟੈਕ ਹੁੰਦਾ, ਫੇਰ ਤਾਂ ਬਚਾ ਸਕਦੇ ਸੀਗੇ। ਕਿਉਂਕਿ ਜਿਹੜੇ ਬੰਦੇ ਦੱਸਿਆ ਗਿਆ ਨਾ ਵੀ ਬੰਦਾ ਹੁਣ ਘਰੋਂ ਦੌੜ ਸੁੱਟ ਗਿਆ ਨਾ, ਉਹ ਉੱਥੋਂ ਲਿਮਿਟ ਏਰੀਆ ਵਿੱਚੋਂ ਦੱਸਿਆ ਗਿਆ ਹੈਗਾ, ਉਸੇ ਪਿੰਡ ਵਿੱਚੋਂ ਦੱਸਿਆ ਗਿਆ। ਹੋ ਸਕਦਾ ਉਸੇ ਘਰੋਂ ਵਿੱਚ ਦੱਸਿਆ ਗਿਆ ਹੋਵੇ ਕਿ ਹੁਣ ਜੀ ਇੱਕ ਵਿਦਆਊਟ ਸਿਕਿਉਰਿਟੀ ਗਿਆ ਹੈਗਾ, ਵਿਦਆਊਟ ਜਿਹੜੇ ਹੈਗੀ ਆ ਉਹਦੀ ਦੂਸਰੀ ਸੀਗੀ ਗੱਡੀ ਸੀਗੀ ਉਹ ਤੋਂ ਬਗੈਰ ਗਿਆ ਹੈਗਾ, ਔਰ ਤੁਸੀਂ ਵਧੀਆ ਮੌਕੇ ਤੁਸੀਂ ਅਟੈਕ ਕਰ ਲਓ। ਹੁਣ ਜਿਹੜੇ ਬੰਦੇ ਨਾਲ 2 ਮੁੰਡੇ ਗਏ ਸੀਗੇ ਜੀ, ਉਹਨਾਂ ਦੇ ਜਿਹੜੀ ਹੈਗੀ ਆ ਪਹਿਲਾਂ ਜੋ ਫਾਇਰਿੰਗ ਕੀਤੀ ਗਈ ਹੈਗੀ ਆ ਮੂਸੇਵਾਲ ਦੇ ਉੱਪਰ, ਉਹਦੇ ਵਿੱਚ ਉਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ। ਉਹ 2 ਮਿੰਟ ਬਾਅਦ ਜੋ ਪੂਰੀ ਫਾਇਰ ਕਰਨ ਤੋਂ ਬਾਅਦ ਫੇਰ ਦੁਬਾਰਾ ਆ ਕੇ ਫੇਰ ਉਹਨਾਂ ਨੇ ਗੋਲੀਆਂ ਮਾਰੀਆਂ ਹੈਗੀਆਂ, ਉਹ ਵੀ ਪੂਰੀ 'ਚ ਮਾਰੀਆਂ ਗੋਲੀਆਂ ਉਹਨਾਂ ਦੇ। ਔਰ ਕੱਲ ਪਾਸੋਂ ਦੀ ਪੰਜਾਬ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਹੋ ਸਕਦਾ ਉਹਨਾਂ 2 ਮੁੰਡਿਆਂ ਵਿੱਚੋਂ ਹੀ ਕਿਸੇ ਨੇ ਇੰਟੀਮੇਟ ਕੀਤਾ ਹੋਵੇ। ਔਰ ਜਿਹੜੇ ਮੁੰਡੇ ਤੋਂ ਜਿਹੜੇ 2 ਮੁੰਡੇ ਐਡਮਿਟਡ ਹਸਪੀਟਲ ਚ ਐਸੇ ਲੁਧਿਆਣੇ ਜੀ, ਉਹਨਾਂ ਦੁਆਲੇ ਪਾਸੋਂ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਕਰ ਦਿੱਤੀ ਹੈ ਪੁਲਿਸ ਨੇ। ਕਿਸੇ ਨੂੰ ਉਹਨੂੰ ਮਿਲ ਦਿੱਤਾ ਜਾ ਰਿਹਾ ਹੈਗਾ ਆ, ਔਰ ਸ਼ੱਕ ਦੀ ਸੂਈ ਉਹਨਾਂ ਵੱਲੋਂ ਵੀ ਜਾਂਦੀ ਹੈਗੀ ਆ। ਉਹ ਹੋ ਸਕਦਾ ਹੈਗਾ ਆ, ਮੈਂ ਇਹ ਨਹੀਂ ਕਹਿੰਦਾ ਪੱਕੀ ਗੱਲ ਹੋਵੇ, ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਹੀ ਇਹ ਕਲੂ ਨਿਕਲੇ ਕਿ ਜਿਹੜਾ ਹੈਗਾ ਉਹਨਾਂ ਨੇ ਇੰਟੀਮੇਟ ਕੀਤਾ ਹੋਵੇ। ਜੇ ਸਿਕਿਉਰਿਟੀ ਹੈਗੀ ਆ ਉਹ ਮੇਨ ਗੱਲ ਨਹੀਂ ਹੈਗੀ। ਮੈਂ ਗੈਰੀ ਜੀ 1-2 ਪੁਆਇੰਟ। ਹਾਂ ਬੋਲੋ ਬੋਲੋ ਬੋਲੋ। ਮੈਂ ਥੋੜੀ ਜਿਹੀ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪਰਸੈਪਸ਼ਨ ਹੁੰਦੀ ਹੈ ਨਾ ਲੋਕਾਂ 'ਚ, ਉਹ ਪਰਸੈਪਸ਼ਨ ਬੜੀ ਇੰਪੋਰਟੈਂਟ ਹੈ। ਦੇਖੋ ਕਿਸੇ ਨੂੰ ਮਾਰਨਾ ਹੈ ਨਾ, ਉਹ ਕੋਈ ਬੰਦਾ ਮਾਰ ਸਕਦਾ ਇਫ ਯੂ ਆਰ ਰੈਡੀ ਟੂ ਡਾਈ। ਤੁਹਾਨੂੰ ਯਾਦ ਹੋਣਾ ਕਿ ਇੰਦਰਾ ਗਾਂਧੀ ਦੀ ਜਦ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਿਹੜਾ AS ਦੌਲਤਾ ਸੀ ਨਾ, ਉਹ ਚੀਫ ਆਫ ਰਾ ਸੀਗਾ ਰਮੇਸ਼ ਜੀ। ਉਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਨੇ ਕਿਹਾ ਵੀ ਦੇਰ ਆਰ 6 ਪਰਸਨਸ ਇਨ ਦ ਸਿਕਿਉਰਿਟੀ ਆਫ ਇੰਦਰਾ ਗਾਂਧੀ, ਦੇ ਸ਼ੁੱਡ ਬੀ ਰਿਮੂਵਡ। ਕਿਉਂਕਿ ਦੇਖੋ ਬਲੂ ਸਟਾਰ ਇੱਕ ਬੜੀ ਵੱਡੀ ਆਪਰੇਸ਼ਨ ਸੀ ਇੰਡੀਆ 'ਚ, ਔਰ ਇੱਕ ਕੰਟਰੀ ਦਾ ਪ੍ਰਾਈਮ ਮਿਨਿਸਟਰ ਕਿਲ ਹੋਣਾ, ਫਿਰ ਰਾਈਟਸ ਹੋਣੇ, ਕਿਲਿੰਗਸ ਹੋਣੀਆਂ। ਸੋ ਜਿਹੜੀ ਟਾਈਮਲੀ ਤੁਸੀਂ ਕੋਈ ਸਿਚੁਏਸ਼ਨ ਨੂੰ ਬਚਾ ਲਓ, ਉਹ ਬੜੀ ਇੰਪੋਰਟੈਂਟ ਹੈ। ਪਹਿਲੀ ਗੱਲ, ਜਿਹੜੀ ਸਿਕਿਉਰਿਟੀ ਦੀ ਪਰਸੈਪਸ਼ਨ ਪੰਜਾਬ 'ਚ ਡਿਵੈਲਪ ਹੋਈ, ਅਪੋਜੀਸ਼ਨ ਉਹਦਾ ਫਾਇਦਾ ਉਠਾ ਰਹੀ ਹੈ। ਥੋੜਾ ਜਿਹਾ ਉਹਨੂੰ ਫਾਸਟ ਕਰ ਲਿਆ ਇਹਨਾਂ ਨੇ। ਉਹਦੇ ਵਿੱਚ ਕੀ ਹੁੰਦਾ ਵੀ ਦੇਖੋ, ਮਾਰ ਤਾਂ ਸਿੱਧੂ ਵਾਲੇ ਨੂੰ 6 ਮਹੀਨੇ ਤੋਂ ਟਰੈਕ ਹੋ ਰਿਹਾ ਹੋਣਾ ਸੀ, ਉਹਨੂੰ ਬਿਲਕੁਲ 4-5 ਮਹੀਨੇ ਤੋਂ ਟਰੈਕ ਸੀ ਉਹਦੀ ਮੂਵਮੈਂਟ। ਕਿਉਂਕਿ ਜਿਹੜੇ ਬੰਦੇ ਦੇਖੋ, ਤੁਹਾਨੂੰ ਪਤਾ ਹੋਣਾ ਕਿ ਅਮਰੀਕਾ 'ਚ ਇੱਕ ਬੌਬੀ ਅਟਾਰਨੀ ਜਨਰਲ ਸੀ, ਇਹਦਾ ਕੈਨੇਡੀ ਦਾ ਭਰਾ। ਬਿਲਕੁਲ। ਉਹ ਤੁਹਾਨੂੰ ਪਤਾ ਗੈਰੀ ਜੀ ਕੀ ਹੋਇਆ ਕਿ ਉਹਨੂੰ ਜਿਸ ਰਸਤੇ ਤੋਂ ਜਾਣਾ ਸੀ ਉਹਦਾ ਰਸਤਾ ਹੀ ਬਦਲ ਦਿੱਤਾ ਸੀ ਇੰਟੈਲੀਜੈਂਸ ਏਜੰਸੀਆਂ ਨੇ, ਔਰ ਉਸ ਰਸਤੇ 'ਚ ਉਹਨੂੰ ਸ਼ਾਟ ਡੈਡ ਕਰਤਾ। ਸੋ ਜਿਹੜੇ ਵਿੱਚ ਇੰਟੈਲੀਜੈਂਸ ਵਾਲੇ ਵੀ ਵਿੱਚ ਮਿਲੇ ਹੁੰਦੇ ਨੇ, ਕਿਉਂਕਿ ਇਹ ਬੜੇ ਮਾਫੀਆ ਹੁੰਦੇ। ਜਿਹੜਾ ਤੁਹਾਨੂੰ ਪਤਾ ਇੱਕ ਟਰੱਕਰ ਯੂਨੀਅਨ ਦਾ ਪ੍ਰਧਾਨ ਸੀਗਾ ਰਮੇਸ਼ ਜੀ, USA 'ਚ ਡਿਟਰੋਇਟ 'ਚ, ਮੈਂ ਉਹਦਾ ਨਾਮ ਭੁੱਲ ਗਿਆ। ਉਹ ਡਿਟਰੋਇਟ 'ਚ ਮਾਰਿਆ ਗਿਆ ਸੀ। ਉਹ USA ਨੂੰ ਹਾਲਟ ਕਰ ਦਿੰਦਾ ਸੀ। ਉਹਦੀ ਬੋਡੀ ਅੱਜ ਵੀ ਉਹ ਦੇ ਆਰ ਟ੍ਰਾਈਂਗ ਟੂ ਫਾਈਂਡ ਆਫਟਰ 40 ਈਅਰ ਕਿ ਉਹਦੀ ਕਿਲਿੰਗ ਕਿੱਦਾਂ ਹੋਈ ਸੀ। ਸੋ ਮੈਂ ਸਮਝਦਾ ਕਿ ਜਿਹੜੀ ਪਰਸੈਪਸ਼ਨ ਹੈ ਨਾ ਪੰਜਾਬ 'ਚ, ਉਹ ਜ਼ਰੂਰ ਇਹ ਚਾਹੀਦੀ ਚਾਹੀਦੀ ਵੀ ਸਟੇਟ ਪੂਰੀ ਪਾਵਰਫੁਲ ਹੈ, ਉਹਦੇ 'ਚ ਮੈਸੇਜ ਹੁੰਦਾ। ਦੇਖੋ ਕਿਲਿੰਗ ਨਹੀਂ ਰੋਕ ਸਕਦੇ ਤੁਸੀਂ, ਕਿਲਿੰਗ ਮੁਸ਼ਕਿਲ ਹੁੰਦੀ ਹੈ ਰੋਕਣੀ, ਬੰਦੇ ਨੂੰ ਮਾਰ ਸਕਦੇ ਨੇ ਗਨਾਂ ਲੈ ਕੇ ਨੱਠ। ਅੱਛਾ, ਪਰ ਇੱਕ ਪਰਸੈਪਸ਼ਨ ਜ਼ਰੂਰ ਬਣਨੀ ਚਾਹੀਦੀ ਹੈ ਕਿ ਭਾਈ ਪੰਜਾਬ ਐਕਟਿਵ ਹੈ, ਸਿਕਿਉਰਿਟੀ ਦੇਗਾ, ਉਹ ਠੀਕ ਹੈ। ਦੇਖੋ ਇਹ ਇਵੈਂਟਸ ਜਿਹੜੀ ਹੈ ਨਾ 2 ਮਹੀਨੇ ਬਾਅਦ ਮੂਸੇਵਾਲਾ ਭੁੱਲ ਜਾਣਾ ਲੋਕਾਂ ਨੇ, ਇਹ ਤਾਂ ਹਫ਼ਤੇ ਤੋਂ ਬਾਅਦ ਹੀ ਭੁੱਲ ਜਾਣਾ ਇੱਕ ਰੋਟੀ। ਸੋ ਇਹਦੇ ਵਿੱਚ ਮੈਸੇਜ ਕੀ ਜਾਂਦਾ ਹੈ, ਪਰਸੈਪਸ਼ਨ ਕੀ ਹੈ ਪੰਜਾਬ ਦਾ, ਸਰਕਾਰ ਆਪ ਦਾ। ਸੋ ਥੋੜਾ ਜਿਹਾ ਉਹਦੇ ਵਿੱਚ ਬੜੀ ਕੌਸ਼ੀਅਸਲੀ ਚੱਲਣਾ ਪੈਂਦਾ। ਇਹ ਬੜੇ ਸੈਂਸਿਟਿਵ ਇਸ਼ੂ ਹੈ। ਗੁਪਤਾ ਸਾਹਿਬ, ਮਿਸਯੂਜ਼ ਬਹੁਤ ਸਿਸਟਮ ਹੋ ਰਿਹਾ ਸੀਗਾ, ਲੋਕ 40-40-30 ਲੈ ਜੀ ਮਿਸਯੂਜ਼ ਹੋ ਰਿਹਾ ਹੋਏ, ਤੁਸੀਂ ਫਾਸਟ ਟਰੈਕ ਮੈਥਡ ਨਹੀਂ ਕਰ ਸਕਦੇ। ਨਹੀਂ, ਉਹ ਨਹੀਂ ਫਿਰ ਕਰਨਾ ਚਾਹੀਦਾ। ਚਲ ਕੋਈ ਗੱਲ ਨਹੀਂ ਹੈ। ਓਕੇ, ਮੈਂ ਤੁਹਾਡੇ ਕੋਲ ਸੁਖਵਾਲ ਜੀ ਤੁਹਾਨੂੰ ਕੁਐਸਚਨ ਤੇ ਆਉਣਾ, ਫਿਰ ਚੀਮਾ ਸਾਹਿਬ ਤੇ ਡਾਕਟਰ ਕੁਮਾਰ ਸਾਹਿਬ। ਅੱਛਾ, ਅਗਲਾ ਕੁਐਸਚਨ ਆਪਣਾ ਹੈਗਾ ਕਿ ਆਰ ਪੋਲੀਟੀਕਲ ਪਾਰਟੀ ਡੂਇੰਗ ਪੋਲਿਟਿਕਸ ਔਨ ਮੂਸਾਵਾਲਾ ਡੈਥ। ਉਹ ਭੱਜੇ ਫਿਰਦੇ ਨੇ, ਕੋਈ ਜੱਫੀਆਂ ਪਾਉਂਦਾ। ਪਹਿਲਾਂ ਉਹਨਾਂ ਦੀਆਂ ਵੀਡੀਓ ਤਿਆਰ ਹੋ ਕੇ ਆ ਗਈਆਂ ਨੇ, ਉਹ ਕਹਿੰਦੇ ਤਾਂ ਇਹਨੂੰ ਟੈਰਰਿਸਟ ਦੱਸਦੇ ਸੀ, ਇਹਨੂੰ ਕਦੇ ਕੁਛ ਦੱਸਦੇ ਸੀਗੇ, ਉਦੋਂ ਬਾਅਦ ਫਿਰ ਹੁਣ ਉਹ ਜੱਫੀਆਂ ਪਾ ਰਹੇ ਨੇ। ਕਿਉਂ? ਉਹਨਾਂ ਨੂੰ ਇਹ ਨਹੀਂ ਪਤਾ ਵਰਲਡ ਦੇ ਵਿੱਚ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਆ ਕਿ ਹਰ ਇੱਕ ਬੰਦਾ ਅੰਡਰਸਟੈਂਡ ਕਰਦਾ। ਇੰਨਾ ਉਹ ਝੂਠ ਸਵਾਰ ਕਿਉਂ ਕਰਦੇ ਨੇ ਲੋਕ? ਇਹ ਮੈਨੂੰ ਸਮਝ ਨਹੀਂ ਆ ਰਹੀ ਹੈਗੀ। ਸੁਖਵਾਲ ਜੀ ਤੁਸੀਂ ਕਰੋ ਤਾਂ ਸਟਾਰਟ ਟੌਪ ਤੇ। ਸੁਖਵਾਲ ਜੀ। ਹਾਂਜੀ,
ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈਗੀ ਆ। ਜਿਹੜੇ ਪੋਲੀਟੀਸ਼ੀਅਨ ਹੁੰਦੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ। ਮਤਲਬ ਇੰਡੀਅਨ ਪੋਲੀਟੀਸ਼ੀਅਨਸ ਦੇ ਬਾਰੇ ਮੈਂ ਗੱਲ ਕਹਿ ਰਿਹਾ, ਕੱਲ ਨੂੰ ਉਹ ਕੁਝ ਹੋਰ ਕਹਿੰਦੇ, ਅਗਲੇ ਦਿਨ ਭੁੱਲ ਜਾਂਦੇ ਆ। ਔਰ ਸੋਸ਼ਲ ਮੀਡੀਆ ਬਹੁਤ ਐਕਟਿਵ ਆ, ਸਟਿਲ ਉਹਨਾਂ ਦੇ ਰਿਕਾਰਡਿੰਗਸ ਪਈਆਂ ਪਰ ਉਹ ਫਿਰ ਵੀ ਚਲੇ ਜਾਂਦੇ। ਮਤਲਬ ਵੀ ਉਹ ਦੇਖਦੇ ਆ ਵੀ ਐਟ ਦਾ ਇਨਸਟੈਂਟ, ਕੁਇਕ ਇਨਸਟੈਂਟ ਸਾਨੂੰ ਫਾਇਦਾ ਕਿੱਥੋਂ ਹੁੰਦਾ। ਚਲੋ ਮੂਸੇਵਾਲੇ ਦੀ ਕਿਲਿੰਗ ਵੀ ਜੋ ਵੀ ਹੋਇਆ ਹੈਗਾ ਉਹ ਤਾਂ ਬਹੁਤ ਮੰਦਭਾਗਾ ਹੈਗਾ। ਇੱਕ ਇੰਨਾ ਜਵਾਨ ਮੁੰਡਾ, ਛੋਟੀ ਉਮਰ ਦਾ, ਹੋਰ ਇੰਨਾ ਸ਼ਾਈਨਿੰਗ ਸਟਾਰ ਦੀ ਡੈਥ ਹੋਈ ਆ। ਇਹਦੇ ਪਿੱਛੇ ਵੀ ਮੈਂ ਕਿਤੇ ਕਹੂੰਗਾ ਵੀ ਇਹ ਪੋਲੀਟੀਸ਼ੀਅਨਸ ਦਾ ਹੀ ਹੱਥ ਹੈਗਾ। ਮਤਲਬ ਹੱਥ ਨਹੀਂ ਹੈਗਾ, ਇਹਨਾਂ ਦੁਆਰਾ ਕ੍ਰੀਏਟ ਕੀਤਾ ਗਿਆ ਕਲਚਰ ਹੋਰ ਸਿਸਟਮ ਹੈਗਾ, ਉਹ ਐਕਚੁਅਲੀ ਸਿਸਟਮ ਦਾ ਵਿਕਟਿਮ ਬਣਿਆ ਹੈਗਾ। ਤੇ ਰਹਿ ਗਈ ਗੱਲ, ਮੈਂ ਥੋੜਾ ਜਿਹਾ ਲੰਮਾ ਕਰੂੰਗਾ। ਪਹਿਲਾਂ ਸਿਕਿਉਰਿਟੀ ਦੀ ਗੱਲ ਕਰਦੇ ਸੀਗੇ। ਹਾਂ ਮੈਂ ਮੰਨਦਾ ਕਿ ਸਿਕਿਉਰਿਟੀ ਘਟਾਉਣ ਦਾ ਵੀ ਥੋੜਾ ਜਿਹਾ ਇਹਦੇ ਵਿੱਚ ਯੋਗਦਾਨ ਹੈਗਾ, ਬਟ ਜ਼ਿਆਦਾ ਉਹਦੀ ਆਪਣੀ ਅਣਗਹਿਲੀ ਹੈ। ਤੇ ਸਿਕਿਉਰਿਟੀ ਵੀ ਦਿੱਤੀ ਹੁੰਦੀ, ਜਿਹੜੇ 2 ਗਨਮੈਨ ਸੀਗੇ ਉਹ ਨਾਲ ਲੈ ਜਾਂਦਾ। ਜਿਸ ਤਰ੍ਹਾਂ ਜਿਹੜੇ ਰੇਟ ਦਾ ਅਟੈਕ ਸੀਗਾ, ਜਿਸ ਟਾਈਪ ਦਾ ਅਟੈਕ ਹੋਇਆ, ਤੇ ਉਹ ਵੀ ਵਿਚਾਰੇ ਉਹ ਵੀ ਨਹੀਂ ਰਹਿਣੇ ਸੀਗੇ। ਸਿਕਿਉਰਿਟੀ ਵਾਲੇ ਵੀ ਕੁਝ ਨਹੀਂ ਕਰ ਸਕਦੇ ਸੀਗੇ। ਹਾਂ ਸਿਕਿਉਰਿਟੀ ਜਿਹੜਾ ਤੁਸੀਂ ਅਕਸਰ ਦੇਖਿਆ ਹੋਊਗਾ, ਮੈਂ ਤਾਂ ਇੰਡੀਆ ਵਿੱਚ ਬਹੁਤ ਦੇਖਿਆ, ਜਿਹੜੀ ਸਿਕਿਉਰਿਟੀ ਦੀ ਹੁੰਦੀ ਆ ਉਹ ਡਿਫਰੈਂਟ ਗੱਡੀ ਹੁੰਦੀ ਹੈ, ਉਹਦੇ ਵਿੱਚ ਪੁਲਿਸ ਵਾਲੇ ਹੁੰਦੇ ਜਾਂ ਗਨਮੈਨ ਹੁੰਦੇ ਆ। ਜੇ ਉਹ ਸਿਨੈਰੀਓ ਹੁੰਦਾ ਸਿਕਿਉਰਿਟੀ ਨਾਲ ਕੋਈ ਇੱਕ ਪੁਲਿਸ 4 ਗਨਮੈਨ ਹੁੰਦੇ, ਤੇ ਜਦੋਂ ਮੂਸੇ ਵਾਲੇ ਦੀ ਕਾਰ ਤੇ ਅਟੈਕ ਹੋਇਆ ਸੀਗਾ, ਜੇ ਉਹ ਕਾਊਂਟਰ ਅਟੈਕ ਉਹਨਾਂ ਤੇ ਫਾਇਰਿੰਗ ਜਿਹੜੇ ਬੰਦੇ ਕਰ ਰਹੇ ਸੀ ਉਹਨਾਂ ਤੇ ਹੁੰਦਾ, ਫਿਰ ਉੱਥੇ ਸਿਚੁਏਸ਼ਨ ਹੋਰ ਹੋਣੀ ਸੀ। ਫਿਰ ਜਦੋਂ ਤੁਹਾਡਾ ਅਟੈਕ ਹੁੰਦਾ ਫਿਰ ਉਹ ਉੱਥੋਂ ਵਿਦਡਰਾ ਕਰਨੇ ਸੀਗੇ। ਸੋ ਇਹ ਹੋਇਆ ਨਹੀਂ। ਬਟ ਜਿੱਥੇ ਤੱਕ ਹੁਣ ਮੈਂ ਮੁੜ ਕੇ ਪੋਲੀਟੀਸ਼ੀਅਨਸ ਵਾਲੀ ਗੱਲ ਤੇ ਆਉਣਾ, ਇਹ ਹਰੇਕ ਬੰਦਾ ਹੁਣ ਮਤਲਬ ਵੀ ਆਪਣਾ ਕੋਈ ਨਾ ਕੋਈ ਦੇਖ ਰਿਹਾ ਆ ਵੀ ਹਾਂ ਜੀ ਅਸੀਂ ਹਾਰੇ ਹੋਏ ਆ ਜਾਂ ਹਾਰੇ ਹੈਗੇ ਜਾਂ ਜਿੱਤੇ ਹੈਗੇ, ਜੋ ਵੀ ਪਿੱਛੇ ਤੁਸੀਂ ਦੇਖਿਆ ਹੋਣਾ ਹੋਇਆ, ਉਹ ਹੁਣ ਆਪਣੀ ਮਾਈਲੇਜ ਬਣਾ ਰਿਹਾ ਵੀ ਹਾਂ ਕਿਸੇ ਤਰੀਕੇ ਨਾਲ ਅਸੀਂ ਆਪਣਾ ਫਾਇਦਾ ਹੈ ਜੋ ਦੇਖੀਏ, ਇਹਦੇ ਵਿੱਚੋਂ ਦੇਖੀਏ ਕੁਛ ਹੈ ਨਾ। ਹੁਣ ਜਿੱਦਾਂ ਸੰਗਰੂਰ ਦੀ ਇਲੈਕਸ਼ਨ ਵੀ ਆ ਰਹੀ ਆ ਪਾਰਲੀਮੈਂਟ ਦੀ, ਤੇ ਉਹਦੇ ਵਿੱਚ ਦੇਖ ਰਿਹਾ। ਬਾਕੀ ਇਹ ਸਾਰਿਆਂ ਨੂੰ ਪਤਾ ਹੀ ਆ ਕਿਹਨੇ ਕੀ ਕਿਹਾ ਹੈਗਾ, ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਸਾਰੇ ਪ੍ਰੂਫ ਹੈਗੇ ਹੀ ਆ। ਤੇ ਹੁਣ ਉੱਥੇ ਜਾ ਕੇ ਤਾਂ ਫਿਰ ਉਹ ਮਗਰਮੱਛ ਦੇ ਹੰਝੂ ਭਗਾਉਂਦੇ ਆ। ਸੋ ਤੁਹਾਡਾ ਕਹਿਣ ਦਾ ਮਤਲਬ ਆ ਕੰਮ ਗਲਤ ਹੋਇਆ। ਚੀਮਾ ਸਾਹਿਬ, ਇਸ ਇਸ਼ੂ ਤੇ ਪੋਲੀਟੀਸ਼ੀਅਨ ਜਾ ਕੇ ਚੜ੍ਹਨੀਆਂ ਪਾ ਰਿਹਾ, ਮੈਨੂੰ ਸਮਝ ਨਹੀਂ ਆ ਰਿਹਾ ਕੀ ਇੰਨਾ ਕੀ ਲੋੜ ਪੈ ਗਈ ਸੀ ਇੰਨਾ ਲੰਬਾ ਚੌੜਾ ਨੂੰ ਕਰਾਉਣ ਦੀ। ਹਾਂ ਇਹ ਨਹੀਂ ਸਮਝ ਆਇਆ। ਗੈਰੀ ਸਾਹਿਬ ਦਾ ਗੱਲ ਵੀ ਇਸ ਇਸ਼ੂ ਤੇ ਮੈਂ ਜ਼ਿਆਦਾ ਨਹੀਂ ਬੋਲੂੰ। ਜੋ ਸੁਖਪਾਲ ਜੀ ਨੇ ਕਿਹਾ ਉਹ ਗੱਲ ਬਿਲਕੁਲ ਠੀਕ ਹੈ। ਔਰ ਮੋਟੀ ਗੱਲ ਇਹੀ ਹੈ ਕਿ ਇਹਨਾਂ ਨੂੰ ਆਪ ਨੂੰ ਪਤਾ ਹੁੰਦਾ ਕਿ ਅਸੀਂ ਝੂਠ ਬੋਲ ਰਹੇ ਹਾਂ, ਪਰ ਇਹਨਾਂ ਕੋਲ ਕੋਈ ਚਾਰਾ ਨਹੀਂ। ਦੈਟਸ ਵਾਈ ਦੇ ਸਪੀਕ। ਪਰ ਮੈਂ ਸਿਕਿਉਰਿਟੀ ਦੇ ਜ਼ਰੂਰ 2-3 ਗੱਲਾਂ ਕਰਨੀਆਂ ਚਾਹੂੰਗਾ। ਜਿਹੜਾ ਪਹਿਲਾ ਕੁਐਸਚਨ ਸੀਗਾ, ਪਹਿਲੀ ਗੱਲ ਇਹ ਹੈ ਜਿੱਥੋਂ ਤੱਕ ਉਹਦੀ ਡੈਥ ਦਾ ਕੰਸਰਨ ਸੀਗਾ, ਸਿਕਿਉਰਿਟੀ ਦੇ ਨਾਲ ਘਟਾਉਣਾ ਜਾਂ ਵਧਾਉਣਾ ਮੇਰੇ ਖਿਆਲ ਨਹੀਂ ਸੀ, ਕਿਉਂਕਿ ਜੇ ਹੈ ਸੀ ਹਾਂ ਕੁਛ ਹੱਦ ਤੱਕ ਹੈਗਾ ਸੀਗਾ, ਕਿਉਂਕਿ ਉਹਨਾਂ ਨੇ ਜਿਸ ਤਰੀਕੇ ਤਿਆਰੀ 6 ਮਹੀਨੇ ਤੋਂ ਕਰ ਰਹੇ ਸੀ, ਉਹਨਾਂ ਨੇ ਅਲਟੀਮੇਟਲੀ ਕੰਮ ਕਰਨਾ ਸੀ। ਦੈਟ ਵਾਸ ਟਾਰਗੇਟਡ ਕੇ ਲਈ। ਉਹਦੇ ਪਿੱਛੇ ਕੌਣ ਸੀ, ਉਹ ਵੈਦਰ ਪੋਲੀਟੀਸ਼ੀਅਨ ਸੀ ਜਾਂ ਗੈਂਗਵਾਰ ਸੀ ਜਾਂ ਕੋਈ ਲਾਰਜਰ ਕਨਸਪੀਰੇਸੀ ਸੀ, ਜਿਹੜੀ ਕਿ ਮੈਂ ਸਮਝਦਾ ਸ਼ਾਇਦ ਹੋ ਸਕਦੀ ਵਨ ਆਫ ਦੈਟ। ਸੈਕੰਡ, ਉਹਦੇ ਨਾਲ ਹੀ ਆਪਾਂ ਗੌਰਮੈਂਟ ਨੂੰ ਆਪਾਂ ਫ੍ਰੀ ਨਹੀਂ ਕਰ ਸਕਦੇ ਆਪਣੀ ਗਲਤੀ। ਉਹਨਾਂ ਨੇ ਗੌਰਮੈਂਟ ਨੇ ਗਲਤ ਕੀਤਾ ਹੈਗਾ, ਸਿਕਿਉਰਿਟੀ ਘਟਾਈ। ਪਹਿਲੀ ਤਾਂ ਗੱਲ ਇੱਥੇ ਹੈ ਕਿ ਕਿੰਨੇ ਘਟਾਈ, ਹੂ ਆਰ ਦੀ ਪਰਸਨ ਹੂ ਟੁਕ ਦਾ ਡਿਸੀਜਨ, ਕਿਹੜੀ ਕਮੇਟੀ, ਉਹਨਾਂ ਨੇ ਕਿਹੜੇ ਫੈਸਲੇ ਕੀਤੇ ਕਿ 4 ਬੰਦੇ ਜੋ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਉਹਨਾਂ ਨੇ ਫੈਸਲਾ ਕਰਤਾ। ਫਿਰ ਜੋ ਆਪਾਂ ਕਹਿੰਦੇ ਕਿ 6 ਮਹੀਨਿਆਂ ਤੋਂ ਇਨਪੁਟ ਵੀ ਸੀ ਕਿ ਇਸ ਬੰਦੇ ਨੂੰ ਥ੍ਰੈਟ ਆ ਸਾਰਾ, ਉਹਦੀ ਕਿਵੇਂ ਸਿਕਿਉਰਿਟੀ ਘਟਾਤੀ ਉਸ ਬੰਦੇ ਦੀ। ਉਹ ਐਨਾਲਿਸਿਸ ਕੀਤਾ ਕਿ ਕਿਹਨੂੰ ਸਿਕਿਉਰਿਟੀ ਦੇਣੀ ਹੈ, ਕਿਹਨੂੰ ਘਟਾਣੀ, ਕਿਹਨੂੰ ਥ੍ਰੈਟ ਪਰਸੈਪਸ਼ਨ ਕਿਸੇ ਨੇ ਦੇਖਿਆ, ਕੋਈ ਪਰਪਸ ਨਹੀਂ, ਕਿਉਂਕਿ ਸਾਨੂੰ ਉਹਦੇ ਬਾਰੇ ਨੌਲੇਜ ਨਹੀਂ। ਬਾਕੀ ਮੱਲੀ ਸਾਹਿਬ ਨੇ ਜਿਹੜੀ ਗੱਲ ਕੀਤੀ ਉਹ ਜਾਈ ਘੱਲੂ ਘਾਰੇ ਕਰਕੇ ਆਪਾਂ ਘਟਾਈ ਸੀ, ਇਹ ਆਫਟਰ ਥਾਟ ਹੈ। ਦੈਟ ਵਾਸ ਨਾਟ ਦਾ ਇਸ਼ੂ। ਬਾਅਦ ਜਦੋਂ ਹੋ ਗਿਆ ਕੇਸ ਉਦੋਂ ਬਾਅਦ ਆਪਾਂ ਕਹਿ ਰਹੇ ਹਾਂ ਜੇ ਘਟਾਈ ਸੀ, ਪਰ ਜੋ ਤੁਹਾਨੂੰ ਪਤਾ ਕਿ ਇੱਕ ਬੰਦੇ ਨੂੰ ਥ੍ਰੈਟ ਪਰਸੈਪਸ਼ਨ, ਉਹ ਵੱਖਰੀ ਗੱਲ ਹੈ ਕਿ ਉਹ ਸਿਕਿਉਰਿਟੀ ਦਿੰਦੀ ਘਟਾ ਸਕਦਾ, ਉਹਦਾ ਉਹਨੂੰ ਬਚਾ ਸਕਦਾ ਜਾਂ ਨਹੀਂ, ਦੈਟਸ ਡਿਫਰੈਂਟ ਇਸ਼ੂ। ਪਰ ਗੌਰਮੈਂਟ ਕਿਹੜੇ ਪੈਰਾਮੀਟਰਸ ਨਾਲ ਕਰ ਰਹੀ ਹੈ, ਕਿੰਨਾ ਬੰਦਿਆਂ ਦੀ ਗੱਲ, ਕਿਹੜੀ ਕਮੇਟੀ ਹੈ, ਕਿੰਨੇ ਡਿਸੀਜਨ ਲਿਆ, ਦੈਟ ਇਜ਼ ਦਾ ਇਸ਼ੂ। ਉੱਥੇ ਗੌਰਮੈਂਟ ਫਸਦੀ ਹੈਗੀ ਹੈ। ਔਰ ਇਹਦੇ ਵਿੱਚ ਲਾਸਟ ਹੋਰ ਚੀਜ਼ ਹੈ, ਆਪਾਂ ਅਣਗਹਿਲੀ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੀ ਅਣਗਹਿਲੀ ਹੈਗੀ ਹੈ, ਠੀਕ ਹੈ ਹੈਗੀ ਹੈ, ਪਰ ਸਿਕਿਉਰਿਟੀ ਦਿੱਤੀ ਕਾਹਦੇ ਵਾਸਤੇ ਜਾਂਦੀ ਹੈ, ਜੋ ਸਟੇਟ ਵੱਲੋਂ ਦਿੱਤੀ ਜਾਂਦੀ ਹੈ। ਯੂ ਆਰ ਟੂ ਪ੍ਰੋਟੈਕਟ ਦਿਸ ਪਰਸਨ, ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ ਜੀ। ਉਹ ਸਿਕਿਉਰਿਟੀ ਪਰਸਨਲ ਦੀ ਡਿਊਟੀ ਬਣਦੀ, ਚਾਹੇ 2 ਰਹਿ ਗਏ ਸੀ ਉਹਨਾਂ ਨਾਲ ਜਾਣਾ ਸੀ, ਜੇ ਨਹੀਂ ਨਾਲ ਲੈ ਕੇ ਆ ਦੇ ਸ਼ੁਡ ਹੈਵ ਰਿਪੋਰਟਡ ਟੂ ਦਾ ਸਟੇਟ ਗਵਰਨਮੈਂਟ ਜਾਂ ਆਪਣੇ ਹਾਈ ਆਪ ਨੂੰ ਇਹ ਆ ਕੀਤਾ ਸੀ, ਇਹ ਸਾਨੂੰ ਕਹੇ ਬਿਨਾ, ਇਹ ਦੱਸੇ ਬਿਨਾ ਲੈ ਕੇ ਆ, ਸਾਨੂੰ ਰਿਫਿਊਜ਼ ਕਰਕੇ ਗਿਆ। ਵਾਈ ਦੇ ਡਿਡਨਟ ਡੂ ਦੈਟ? ਇਹ ਤਾਂ ਬਾਅਦ ਚ ਅਸੀਂ ਜੋ ਮਰਜ਼ੀ ਸਟੋਰੀਆਂ ਬਣਾਈ ਚੱਲੀਏ। ਸੋ ਐਵਰੀ ਸਟੇਜ ਗਵਰਨਮੈਂਟ ਵੀ ਫੇਲ ਸੀ, ਸਿਕਿਉਰਿਟੀ ਪਰਸਨ ਫੇਲ ਸੀ, ਉਹਦੀ ਨੈਗਲੀਜੈਂਸ ਸੀ ਔਰ ਕਨਸਪੀਰੇਸੀ ਵੀ, ਸਾਰੀਆਂ ਚੀਜ਼ਾਂ ਵਿੱਚ। ਕੁਮਾਰ ਸਾਹਿਬ, ਡਾਕਟਰ ਸਾਹਿਬ ਰਮੇਸ਼ ਜੀ। ਹਾਂਜੀ, ਜਿਹੜਾ ਕੁਐਸਚਨ ਹੈ ਪੋਲਿਟਿਕਸ, ਜਿਹੜੇ ਹੈਗੇ ਪੋਲੀਟੀਸ਼ੀਅਨ ਹੈਗੇ ਆ ਉਹ ਬੜੀ ਪੋਲਿਟਿਕਸ ਖੇਡ ਰਹੇ ਆ। ਇਹਦੇ ਵਿੱਚ ਤਾਂ ਕੋਈ ਕੁਐਸਚਨ ਨਹੀਂ ਜੀ। ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਵੀ ਇਟਸ ਅ ਵੈਰੀ ਕੰਪਲਿਕੇਟਡ ਇਸ਼ੂ।
ਪੋਲਿਟਿਕਸ ਤਾਂ ਜਿਹੜੀ ਖੇਲ ਰਹੇ ਹੈਗੇ ਆ। ਦੂਜੀ ਗੱਲ ਮੈਂ ਜਿਹੜੀ ਪਹਿਲਾਂ ਨਹੀਂ ਸ਼ੇਅਰ ਕੀਤੀ, ਮੈਂ ਸੁਣ ਰਿਹਾ ਸੀਗਾ, ਉਹ ਜਿਹੜਾ ਹਥਿਆਰ ਯੂਜ਼ ਕੀਤਾ ਗਿਆ ਰਸ਼ੀਅਨ ਗਨ, ਇਹਦੇ ਵਿੱਚ ਇੱਕ ਪਾਸੇ ਅਮਰੀਕਾ ਪ੍ਰੈਸ਼ਰ ਪਾ ਰਿਹਾ ਇੰਡੀਆ ਦੇ ਵਿੱਚ ਕਿ ਤੁਸੀਂ ਕੰਡੈਮ ਕਰੋ ਰਸ਼ੀਅਨ ਅਟੈਕ ਔਨ ਯੂਕਰੇਨ, ਤੇ ਇੰਡੀਆ ਇਜ਼ ਸੇਇੰਗ ਨੋ, ਵੀ ਆਰ ਇੰਡੀਪੈਂਡੈਂਟ, ਵੀ ਹੈਵ ਆਵਰ ਓਨ ਮਾਈਂਡਸੈਟ ਐਂਡ ਵਿਲ ਡੂ ਵਾਟਐਵਰ ਇਜ਼ ਗੁੱਡ ਫॉर ਅਸ। ਤੇ ਦੂਜੇ ਪਾਸੇ ਰਸ਼ੀਅਨ ਆਮ ਜਿਹੜੇ ਹੈਗੇ ਪੰਜਾਬ 'ਚ ਯੂਜ਼ ਕਰਾਏ ਜਾਣ, ਵਿਦ ਦੀ ਬੈਕਗਰਾਉਂਡ ਦੇ ਵਿੱਚ ਕੋਈ ਨਾ ਕੋਈ ਤਾਂ ਕੁਐਸਚਨ ਆਉਂਦਾ ਵੀ ਕੀ ਇਹ ਅਮਰੀਕਾ ਨੇ ਇਹ ਹਥਿਆਰ ਸਪਲਾਈ ਕੀਤੇ ਸੀ? ਵੀ ਡੋਂਟ ਨੋ। ਲੇਕਿਨ ਮਨ ਦੇ ਵਿੱਚ ਤਾਂ ਸਵਾਲ ਆਉਂਦੇ ਨਾ ਕਿ ਇਹ ਗਵਰਨਮੈਂਟ ਨੂੰ ਬਦਨਾਮ ਕਰਨ ਦੇ, ਲੋਕਾਂ ਨੂੰ ਦੱਸਣ ਦੇ ਲਈ ਕਿ ਤੁਹਾਡੇ ਇੰਡੀਆ ਦੇ ਵਿੱਚ ਤੁਸੀਂ ਉਹਨੂੰ ਕੰਡੈਮ ਨਹੀਂ ਕਰ ਰਹੇ ਰਸ਼ੀਆ ਨੂੰ, ਤੇ ਰਸ਼ੀਆ ਤੁਹਾਡੇ ਹਥਿਆਰ ਭੇਜਣ ਡਿਆ ਇਸ ਤਰ੍ਹਾਂ ਦੇ। ਤੁਹਾਡੇ ਆਪਣੇ ਜਿਹੜੇ ਆਈਕਨ ਹੈ ਕਮਿਊਨਿਟੀ ਦੇ, ਹੁਣ ਪੰਜਾਬੀ ਕਮਿਊਨਿਟੀ ਦਾ ਉਹ ਆਈਕਨ ਸੀ ਮੂਸੇਵਾਲਾ। ਕਾਲਿਆਂ ਨੇ ਜੋ ਸਾਡੇ ਬਲੈਕ ਭਾਈ ਭੈਣ ਹੈਗੇ ਇੱਥੇ ਅਮਰੀਕਾ ਦੇ ਵਿੱਚ, ਜਿਹੜਾ ਇਹਨੀ ਗਨ ਕਲਚਰ ਨੂੰ ਪ੍ਰਮੋਟ ਕੀਤਾ, ਵਿਮਨ ਕਲਚਰ ਨੂੰ ਪ੍ਰਮੋਟ ਕੀਤਾ, ਉਹ ਪੰਜਾਬੀ ਜਿਹੜੇ ਸਾਡੇ ਮੁੰਡੇ ਜਿਹੜੇ ਜਿਨ੍ਹਾਂ ਦੀ ਕੋਈ, ਮੈਂ ਇਹ ਦੇਖਦਾ ਵੀ ਜਿਨ੍ਹਾਂ ਦੀ ਇੰਨੀ ਵਿਜ਼ਡਮ ਨਹੀਂ ਹੈਗੀ ਹਾਲੇ, ਉਹ ਸਿਰਫ ਫੇਸ਼ੀਅਲ ਲੈਵਲ ਦੇ ਉੱਤੇ, ਸੁਪਰਫੀਸ਼ੀਅਲ ਲੈਵਲ ਦੇ ਉੱਤੇ, ਸਰਫੇਸ ਲੈਵਲ ਤੇ ਬਲੈਕ ਕਲਚਰ ਨੂੰ ਫੋਲੋ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਗਾਣਿਆਂ ਦੇ ਵਿੱਚ ਵੀ, ਪੰਜਾਬੀਆਂ ਦੇ ਵਿੱਚ। ਜਿੱਦਾਂ ਮੈਂ ਪਹਿਲਾਂ ਵੀ ਕਹਿ ਰਿਹਾ, ਪਹਿਲਾਂ ਗਾਣੇ ਹੁੰਦੇ ਸੀ ਮੁੰਡੇ ਜੱਟਾਂ ਦੇ ਬੁਲਾਉਂਦੇ ਬੱਕਰੇ, ਹੁਣ ਕਹਿੰਦੇ ਮੁੰਡੇ ਚਮਾਰਾਂ ਦੇ ਬੁਲਾਉਂਦੇ ਬੱਕਰੇ। ਇਹ ਬੱਕਰੇ ਹੀ ਬੁਲਾਉਂਦੇ ਰਹਿਣਾ, ਇਹਨਾਂ ਨੇ ਕੋਈ ਚੱਜ ਦਾ ਕੰਮ ਕਰਨ। ਇਹ ਜਿਹੜਾ ਗਨ ਵਾਇਲੈਂਸ ਨੂੰ ਪ੍ਰਮੋਟ ਕਰ ਰਿਹਾ ਸੀ ਮੂਸੇਵਾਲ, ਉਹ ਵੀ ਇੱਕ ਇਸ ਚੀਜ਼ ਦਾ ਕਾਰਨ ਬਣਿਆ। ਚਲੋ, ਗਨ ਪ੍ਰਮੋਟ ਦਾ ਕੁਐਸਚਨ ਚੌਥਾ ਤੋਂ ਸ਼ੁਰੂ ਕਰਤਾ ਹੈਗਾ ਗਿੱਲ ਸਾਹਿਬ, ਫਿਰ ਤੁਸੀਂ ਜੀ ਆਪਣੇ ਮੱਲੀ ਸਾਹਿਬ ਦਾ ਜਵਾਬ ਦੇਣਾ। ਇਹਨਾਂ ਨੇ ਅੱਗੇ ਸਟਾਰਟ ਕਰਤਾ ਹੈ ਗਲੋਰੀਫਾਈ ਗਨਸ ਨੂੰ ਕਰ ਰਹੇ ਨੇ ਜਿਹੜੇ ਕੁਝ ਪੌਪ ਸਟਾਰਸ ਨੇ, ਇਹ ਵਾਇਲੈਂਸ ਗਨ ਵਾਇਲੈਂਸ ਲਿਆ ਰਹੇ ਨੇ ਬੜੀ ਜ਼ਬਰਦਸਤ। ਇਜ਼ ਰਾਈਟ? ਆਪਣੇ ਅਨਮਿਊਟ ਕਰੋ ਜੀ ਜੀਵਨ ਜੀ। ਹਾਂਜੀ, ਨਹੀਂ ਇਹ ਰਾਈਟ ਆ। ਪਹਿਲੀ ਗੱਲ ਤਾਂ ਵਾਈ ਵੀ ਨੀਡ ਅ ਗਨਸ, ਇਹ ਸਭ ਤੋਂ ਵੱਡਾ ਕੁਐਸਚਨ ਹੈਗਾ, ਕਿਉਂਕਿ ਇਹ ਬਿਜ਼ਨਸ ਹੈਗਾ US ਦਾ। ਸਾਨੂੰ ਕੰਟਰੀਆਂ ਜਾਂ ਵਰਗੀਆਂ ਜਾਂ ਯੂਰਪੀਅਨ ਕੰਟਰੀ ਆ ਜਿੱਥੇ ਇਹ ਹਥਿਆਰ ਬਣਦੇ ਹੈਗੇ ਆ, ਚਾਹੇ ਰਸ਼ੀਆ ਲਾ ਲਓ, ਹੁਣ ਚਾਈਨਾ 'ਚ ਵੀ ਹੈਗਾ, ਪਰ ਇਹ ਉਹਨਾਂ ਦਾ ਮੇਜਰ ਬਿਜ਼ਨਸ ਹੈਗਾ। ਤੇ ਪਰ ਅੱਜ ਦੇ ਦਿਨ 'ਚ ਅਸੀਂ ਜੇ ਨਾਰਮਲੀ ਅਸੀਂ ਦੇਖਦੇ ਹੈਗੇ ਆ, ਚਾਹੇ ਅਸੀਂ ਅਮਰੀਕਾ 'ਚ ਵਾਇਲੈਂਸ ਦੇਖਦੇ ਹਾਂ, ਸਕੂਲ 'ਚ ਹੋਈ ਹੈਗੀ ਆ, ਉਸ ਕੁਐਸਚਨ ਸਭ ਤੋਂ ਵੱਡਾ ਇਹ ਹੈਗਾ ਹਾਊ ਯੂ ਐਕਸੈਸਿਬਲ ਟੂ ਦੈਟ ਗਨਸ। ਮੱਲੀ ਸਾਹਿਬ ਦੇਖੋ, ਇੰਡੀਆ ਵਿੱਚ ਜਿਹੜੀ ਪੋਲਿਟਿਕਸ ਆ, ਤੁਹਾਨੂੰ ਬੜਾ ਗੰਦੀ ਪੋਲਿਟਿਕਸ ਹੈਗੀ ਆ। ਜਿਹੜੇ ਇਹੀ ਪੋਲਿਟਿਕਸ ਹੈਗੇ ਆ, ਤੁਸੀਂ ਇਹਨਾਂ ਦੇ ਪਹਿਲਾਂ ਵੀਡੀਓ ਤੋਂ ਸੁਣੀਆਂ ਹੋਣੀਆਂ ਆ, ਉਹ ਕਿਸ ਤਰ੍ਹਾਂ ਇਹ ਕੰਡੈਮ ਕਰਦੇ ਹੈਗੇ ਆ ਮੂਸੇਵਾਲ ਨੂੰ ਵੀ ਇਹ ਜੀ ਗੈਂਗਸਟਰ ਹੈਗਾ। ਹਰੇਕ ਪੋਲੀਟੀਸ਼ੀਅਨ ਗੱਲ ਕਹੀ ਹੈਗੀ ਆ ਡੈਥ ਤੋਂ ਪਹਿਲਾਂ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਮਨਜਿੰਦਰ ਸਿੰਘ ਸਿਰਸਾ ਹੋਵੇ, ਚਾਹੇ ਤਰਨ ਚੁੱਗ ਹੋਵੇ, ਹਰੇਕ ਪਾਰਟੀ ਦੇ ਬੰਦਿਆਂ ਨੇ ਇਹ ਗੱਲ ਕਹੀ ਆ ਕਿ ਹੀ ਇਜ਼ ਅ ਗੈਂਗਸਟਰ। ਪਰ ਹੁਣ ਡੈਥ ਹੋ ਗਈ ਹੈਗੀ ਆ, ਹੁਣ ਸਾਰੇ ਆ ਕੇ ਮਗਰ ਵੱਜਦੇ ਹੰਝੂ ਵਾਂਗੂ ਉੱਥੇ ਹੰਝੂ ਬਹਾਉਂਦੇ ਹੈਗੇ ਆ। ਸੋ ਇਹਨਾਂ ਦਾ ਡਬਲ ਸਟੈਂਡਰਡ ਹੈਗਾ ਇਹਨਾਂ ਦਾ, ਉਹ ਮੌਕਾ ਪ੍ਰਸਤ ਹੈਗੇ ਆ। ਹੁਣ ਉਹਦੀ ਕੈਸ਼ ਕਰਨਾ ਚਾਹੁੰਦੇ ਹੈਗੇ ਆ, ਕੈਸ਼ ਕਰਨਾ ਚਾਹੁੰਦੇ ਹੈਗੇ ਆ। ਸਾਰੇ ਕਹਿੰਦੇ ਜੀ ਜਿਹੜੇ ਉਹਨਾਂ ਦੇ ਪਿਤਾ ਜੀ ਹੈਗੇ ਆ, ਉਹਨਾਂ ਨੂੰ ਅਸੀਂ ਜੇ ਬਾਈ ਇਲੈਕਸ਼ਨ ਹੋ ਰਹੀ ਸਰੂਰ ਵਿੱਚ MP ਦੀ, ਉਹ ਇਲੈਕਸ਼ਨ ਲੜਾਉਣੀ ਹੈਗੀ ਆ। ਮੱਲੀ ਸਾਹਿਬ, ਇੱਕ ਕੁਐਸਚਨ ਹੈਗਾ ਕਿ ਭਗਵੰਤ ਮਾਨ ਚੁੱਪ ਬਹੁਤ ਰਹੇ ਆ, ਜਦ ਕਿ ਉਹਦੀ ਡਿਊਟੀ ਬਣਦੀ ਸੀ, ਥੋੜੀ ਜਿਹੀ ਬੋਲਣਾ ਡਿਊਟੀ ਬਣਦੀ ਸੀਗੀ, ਉਹ ਇਹਨੇ ਕੀਪ ਕੁਆਇਟ ਬਹੁਤ ਰਹੇ ਨੇ 2-4 ਦਿਨ 5 ਦਿਨ। ਨਹੀਂ ਦੇਖੋ, ਜਿੱਦਾਂ ਡੈਥ ਹੋਈ ਉਸ ਤੋਂ ਬਾਅਦ ਉਹਨੇ ਟਵੀਟ ਕਰਕੇ ਉੱਤੇ ਬਹੁਤ ਅਫਸੋਸ ਜ਼ਾਹਰ ਕੀਤਾ। ਪਰ ਦੂਸਰੀ ਗੱਲ, ਲੋਕੀ ਕਹਿੰਦੇ ਗਿਆ ਕਿਉਂ ਨਹੀਂ ਉੱਥੇ ਜੀ, ਪਰ ਤੁਹਾਨੂੰ ਪਤਾ ਹੈ ਵੀ ਉਹਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ। ਉੱਥੇ ਹਜ਼ਾਰਾਂ 25,000 ਬੰਦਾ ਉੱਥੇ ਰੋਜ਼ ਹੁੰਦਾ ਸੀਗਾ। ਅਗਰ ਭਗਵੰਤ ਮਾਨ ਜੀ ਬਤੌਰ CM ਉੱਥੇ ਜਾਂਦੇ, ਹੋ ਸਕਦਾ ਤੱਤੇ ਕਾਲ ਜਿਹੜੇ ਲੋਕੀ ਹੈਗੇ ਗਰਮ ਸੀਗੇ, ਉੱਥੇ ਕੋਈ ਵਾਇਲੈਂਸ ਹੁੰਦੀ ਜਾਂ ਬੋਲੋ। ਪਹਿਲੀ ਗੱਲ, ਪੰਜਾਬ ਜਿਹੜਾ ਕਲਚਰ ਹੈ ਨਾ, ਕਲਚਰ ਲਿਟਰੇਚਰ ਦਾ ਕਲਚਰ, ਉਹ ਵਰਚੁਅਲੀ ਖਤਮ ਹੋ ਗਿਆ, ਕਿਉਂਕਿ ਲਿਟਰੇਚਰ ਔਰ ਥੌਟ ਤੋਂ ਬਿਨਾਂ ਨਾ ਸਮਾਜ ਨਹੀਂ ਚੱਲਦਾ। ਇਹ ਤੁਸੀਂ ਮੂਸੇਵਾਲਾ ਦਾ 1 ਇੰਸੀਡੈਂਟ ਹੈ, 6 ਮਹੀਨੇ ਬਾਅਦ ਫੇਰ ਹੋਣਾ ਹੈ, ਨੋਟ ਕਰ ਲਓ, 3 ਮਹੀਨੇ ਬਾਅਦ ਫੇਰ ਹੋਣਾ। ਗੈਰੀ ਜੀ, ਇਹ ਕੰਟੀਨਿਊਸ ਪ੍ਰੋਸੈਸ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ,
ਸੋਵੀਅਤ ਯੂਨੀਅਨ 'ਚ ਬੜੀ ਡਰੱਗ ਦੀ ਮੱਲੀ ਸਾਹਿਬ ਇਹ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ। ਹਾਂਜੀ ਪੰਜਾਬ ਇਜ਼ ਅ ਪਾਰਟ ਆਫ ਵਰਲਡ, ਪੰਜਾਬ ਐਬਸੋਲੂਟ ਨਹੀਂ ਹੈ। ਠੀਕ ਆ। ਮੈਂ 1 ਮਿੰਟ ਮੇਰੀ ਗੱਲ ਸੁਣ, ਬਿਹਾਰ ਦੇ ਅੰਦਰ ਤੁਹਾਨੂੰ ਪਤਾ ਕਿੰਨਾ ਗਨ ਕਲਚਰ ਸੀ, ਵਾਇਲੈਂਸ ਸੀ, ਗੈਰੀ ਯੂ ਸ਼ੁਡ ਨੋਟ ਦੈਟ। ਬਿਹਾਰ 'ਚ 20 ਸਾਲ ਦਾ, ਪਰ ਨੀਤੀ 'ਚ ਮੈਂ ਉਸ ਬੰਦੇ ਨੂੰ ਐਪਰੀਸ਼ੀਏਟ ਕਰਦਾ। ਉੱਥੇ ਦੀ ਪੋਲੀਟੀਕਲ ਪਾਰਟੀਆਂ ਨੇ ਇਕੱਠੇ ਰਲ ਕੇ ਜਿਹੜੇ ਲੈਂਡਲੋਰਡਸ ਔਰ ਟੈਨੈਂਟਾਂ 'ਚ ਕਨਫਲਿਕਟ ਹੁੰਦੀ ਸੀ, ਕਿਲਿੰਗ ਹੁੰਦੀ ਸੀ, ਉਹ ਬੰਦ ਹੋਈ। ਥੈਂਕ ਯੂ ਵੈਰੀ ਸਵਾਜ ਜੀ। ਜੀਵਨ ਗਿੱਲ ਜੀ, ਉਸ ਤੋਂ ਬਾਅਦ ਚੀਮਾ ਸਾਹਿਬ, ਡਾਕਟਰ ਰਮੇਸ਼ ਜੀ, ਫਿਰ ਪਸ਼ੌਰਾ ਸਿੰਘ ਜੀ ਕਲੋਜ਼ ਕਰਨਗੇ, ਬਾਕੀ ਆਪਣੇ ਮੱਲੀ ਸਾਹਿਬ ਕਲੋਜ਼ ਕਰ ਦੇਣਗੇ। ਇੱਕ ਮਿੰਟ ਲਾ ਲਓ, 1.5 ਮਿੰਟ ਪਲੀਜ਼, 1 ਮਿੰਟ। ਜੀਵਨ ਗਿੱਲ ਜੀ। ਮੋਸਟਲੀ ਤਾਂ ਯਾਰ ਇਹ ਵੀ ਲਾ ਐਂਡ ਆਰਡਰ ਤਾਂ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈਗੀ ਆ, ਟੂ ਮੇਨਟੇਨ ਕਿੱਦਾਂ ਉਹਨੂੰ ਕਰਨਾ ਹੈਗਾ। ਦੈਟ ਇਜ਼ ਜਿਹੜੀ ਵੀ ਕਰੰਟ ਗਵਰਨਮੈਂਟ ਆ, ਭਾਂਦੀ ਛੋਟੇ ਹੁਣ ਬਣੀ ਆ ਚਾਹੇ ਲੌਂਗ ਟਰਮ ਦੀ ਹੈਗੀ ਆ, ਪਰ ਉਹਨਾਂ ਕੋਲੇ ਪਲਾਨ ਹੋਣਾ ਚਾਹੀਦਾ ਵੀ ਕੀ ਕਰਨਾ ਹੈਗਾ। ਥੈਂਕ ਯੂ ਜੀਵਨ ਜੀ। ਚੀਮਾ ਸਾਹਿਬ 1.5 ਮਿੰਟ ਪਲੀਜ਼, ਟਰਾਈ ਯੂਰ ਬੈਸਟ ਪਲੀਜ਼। ਹਾਂਜੀ ਸਰ, ਜਿਸ ਤਰ੍ਹਾਂ ਪੋਲੀਟੀਸ਼ੀਅਨ ਦੀ ਗੱਲ ਹੈ, ਮੈਂ ਸਮਝਦਾ ਜੋ ਪੰਜਾਬ ਦਾ ਪੋਲੀਟੀਕਲ ਜੋ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਆ, ਇਹਨਾਂ ਦੀ ਤਾਂ ਸਪੋਰਟ ਪੋਲੀਟੀਕਲ ਤਾਂ ਨਹੀਂ ਹੋਊਗੀ ਗਨ ਕਲਚਰ, ਮੈਂ ਕੋਈ ਸ਼ੱਕ ਨਹੀਂ ਹੈਗਾ, ਦੇ ਆਰ ਕਲੀਅਰ ਅਬਾਊਟ। ਪਰ ਜਿਹੜਾ ਗੈਂਗ ਕਲਚਰ ਜਾਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ, ਉਹ ਪੁਰਾਣੇ ਪੋਲੀਟੀਸ਼ੀਅਨ ਦੀ ਕ੍ਰੀਏਟ ਕੀਤੀ ਹੋਈ ਹੈ, ਔਰ ਹੁਣ ਵੀ ਉਹਨਾਂ ਨੂੰ ਜੇ ਇਨਕਰੇਜ ਕਰਕੇ ਜਾਂ ਉਹਨਾਂ ਥਰੂ ਗਲਤ ਕੰਮ ਹੈ ਉਹ ਪੁਰਾਣਾ ਹੀ ਕਰ ਰਹੇ ਨੇ, ਜਾਂ ਦੂਜੀਆਂ ਪਾਰਟੀਆਂ ਸੈਂਟਰਲ ਵਾਲੇ ਸਾਰੇ ਰਲ ਕੇ ਕਰ ਰਹੇ ਨੇ, ਕਿਉਂਕਿ ਦੇ ਵਾਂਟ ਟੂ ਡੀਸਟੇਬਲਾਈਜ਼ ਦਿਸ ਗਵਰਨਮੈਂਟ। ਇਹ ਇਸ ਗਵਰਨਮੈਂਟ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਅਸੀਂ ਕਿਹੜੀ ਚੀਜ਼ਾਂ ਬਚ ਕੇ ਚੱਲਣਾ, ਤੇ ਜਦੋਂ ਅਸੀਂ ਬਿਨਾਂ ਮਤਲਬ ਤੋਂ ਬਿਨਾਂ ਸੋਚ ਸਮਝ ਤੋਂ ਫੈਸਲੇ ਲਵਾਂਗੇ, ਅਗੇਨ ਬ੍ਰੈਕਟ ਦੇ ਵਿੱਚ ਹੈ ਕਿ ਕੌਣ ਫੈਸਲਾ, ਉਹ ਦੈਟ ਇਜ਼ ਸੈਪਰੇਟ ਇਸ਼ੂ। ਪਰ ਮਤਲਬ ਕਿ ਤੁਹਾਡੇ ਤੇ ਪਤਾ ਕਿ ਸਾਨੂੰ ਸਾਰੇ ਪਾਸੇ ਤੋਂ ਅਟੈਕ ਹੋਣਾ ਆ, ਤੇ ਤੁਸੀਂ ਗਲਤੀਆਂ ਕਿਉਂ ਕਰੋ, ਉਹ ਗਲਤੀਆਂ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਇਟ ਮੀਨਸ ਅਸੀਂ ਮੌਕਾ ਦਿੰਦੇ ਦੂਜਿਆਂ ਨੂੰ ਬੋਲਣ ਦਾ। ਸੋ ਇੱਥੇ ਇਹ ਚੀਜ਼ਾਂ ਗਲਤ ਹੈਗੀਆਂ ਨੇ, ਇਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ, ਆਪਣਾ ਨੂੰ ਠੀਕ ਕਰਨਾ ਚਾਹੀਦਾ। ਬਾਕੀ ਪਾਰਟੀਆਂ ਦਾ ਜੋ ਏਜੰਡਾ ਹੈਗਾ ਉਹਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ। ਹੁਣ ਦੂਜੀ ਗੱਲ ਸੀ ਕਿ ਆਪਣਾ ਭਗਵੰਤ ਮਾਨ ਦੀ ਗੱਲ ਸੀ, ਉੱਥੇ ਕਿਉਂ ਨਹੀਂ ਗਏ ਜਾਂ ਬੋਲੇ ਨਹੀਂ, ਤੁਹਾਡਾ ਕੁਐਸਚਨ ਵੀ ਸੀਗਾ ਸਰ। ਗਏ ਨੂੰ ਕੋਈ ਡਰ ਨਹੀਂ ਸੀ, ਹੁਣ ਵੀ ਤਾਂ ਗਏ, ਸਿਕਿਉਰਿਟੀ ਨਾਲ ਪਹਿਲਾਂ ਵੀ ਜਾ ਸਕਦੀ, ਸਿਕਿਉਰਿਟੀ ਵਾਲਾ ਕੋਈ ਖਤਰਾ ਨਹੀਂ ਸੀ, ਲੋਕੀ ਉਦੋਂ ਵੀ ਸੀ, ਹੁਣ ਵੀ ਵਿਰੋਧ ਹੋਇਆ ਜਦੋਂ ਹੁਣ ਗਏ, ਹੁਣ ਵੀ ਸਿਕਿਉਰਿਟੀ ਨੇ ਉਹਨਾਂ ਲੋਕ। ਤੇ ਜਿੱਥੇ ਬੋਲਣ ਦੀ ਗੱਲ ਹੈ, ਸਰ ਬੋਲਣਗੇ ਤਾਂ ਉਦੋਂ ਨਹੀਂ ਨਾ, ਜਦੋਂ ਡਾਇਰੈਕਸ਼ਨ ਜਾਊਗੀ ਤਾਂ ਕੀ ਬੋਲਣਾ, ਤੇ ਉਦੋਂ ਹੀ ਬੋਲਣਗੇ, ਉਦੋਂ ਬਿਨਾਂ ਕੋਈ ਨਹੀਂ ਬੋਲ ਸਕਦੇ। ਇਹ ਭਗਵੰਤ ਮਾਨ ਛੱਡੋ, 92 MLA ਨੇ, ਕਿਹੜਾ ਬੋਲਿਆ, ਕੋਈ ਸਟੇਟਮੈਂਟ ਨਹੀਂ ਦਿੰਦਾ ਹੈਗਾ, ਕਿਉਂਕਿ ਡਿਕਟੇਟਰਸ਼ਿਪ ਇੰਨੀ ਹਾਵੀ ਹੋਈ ਹੈ ਕਿ ਯੂ ਕੈਨੋਟ ਐਕਟ, ਯੂ ਕੈਨੋਟ ਥਿੰਕ, ਯੂ ਕੈਨੋਟ ਸਪੀਕ। ਇਹੀ ਸਮੱਸਿਆ ਪੰਜਾਬ ਦੀ ਸਮੱਸਿਆ, ਇਹੀ ਗਵਰਨਮੈਂਟ ਦੀ ਸਮੱਸਿਆ ਹੈਗੀ ਹੈ। ਗਵਰਨਮੈਂਟ ਇਜ਼ ਵੈਰੀ ਗੁੱਡ, ਇੱਥੇ ਸਮੱਸਿਆ ਆਉਂਦੀ ਹੈਗੀ ਹੈ। ਬਾਕੀ ਇੱਕ ਮੈਂ ਛੋਟਾ ਜਿਹਾ ਕੁਐਸਚਨ ਆ, ਗੁਪਤਾ ਜੀ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਬੰਦੇ ਜਿਹੜੇ ਉਹ ਡੈਥ 'ਚ ਕੋਈ ਸ਼ੱਕ ਨਹੀਂ, ਜਦੋਂ ਬੰਦੇ ਦੀ ਡੈਥ ਆ ਗਈ, ਜਿਹੜੇ ਮਾਰਨ ਤੇ ਆ ਕੇ ਉਹਨੇ ਮਾਰ ਦੇਣਾ। ਔਰ ਜੋ 84 ਜਾਂ ਦੂਜੇ ਜਾਂ ਸੌਰੀ ਇੰਦਰਾ ਗਾਂਧੀ ਡੈਥ ਹੈ ਦੂਜੇ ਪਾਸੇ ਦੇਰ ਇਜ਼ ਡਿਫਰੈਂਸ। ਉਹ ਬੰਦੇ ਇਮੋਸ਼ਨ ਸੀ, ਉਹ ਮਾਰਨ ਗਏ ਸੀ, ਇਹ ਸੋਚ ਕੇ ਸੀ ਅਸੀਂ ਮਰਨਾ ਹੈ, ਚਾਹੇ ਬੇਅੰਤ ਸਿੰਘ ਦੀ ਕਿਲਿੰਗ ਸੀ, ਉਹ ਮਰਨ ਵਾਸਤੇ ਤਿਆਰ ਹੋ ਕੇ ਗਈ। ਇਹ ਮਰਨ ਵਾਸਤੇ ਨਹੀਂ ਸੀ ਗਏ, ਇਹ ਮਾਰਨ ਵਾਸਤੇ ਗਏ ਸੀ ਇਕੱਲੇ, ਪਰ ਇਹਨਾਂ ਸਪੋਰਟ ਸੀ ਸਾਰੇ। ਦਿਸ ਇਜ਼ ਦਾ ਡਿਫਰੈਂਸ, ਵੀ ਹੈਵ ਟੂ ਡਿਫਰੈਂਸ਼ੀਏਟ। ਹਾਂ ਉਹ ਤਾਂ ਗੱਲ ਠੀਕ ਹੈ, ਜੇ ਉਹ ਸਿਕਿਉਰਿਟੀ ਹੁੰਦੀ, ਚਾਹੇ ਸਿਕਿਉਰਿਟੀ ਨੈਗਲੀਜੈਂਸ ਹੈ, ਚਾਹੇ ਗਵਰਨਮੈਂਟ, ਚਾਹੇ ਉਹਦੀ ਜੇ ਸਿਕਿਉਰਿਟੀ ਸਾਹਮਣੇ ਹੁੰਦੀ, ਕਾਊਂਟਰ ਫਾਇਰ ਹੁੰਦਾ, ਜਿਵੇਂ ਆਪਣਾ ਸੁਖਪਾਲ ਜੀ ਨੇ ਕਿਹਾ ਸੀ, ਦੇ ਵੁੱਡ ਹੈਵ ਰਨ ਅਵੇ। ਇਹ ਫਰਕ ਹੈ। ਥੈਂਕ ਯੂ ਜੀ ਚੀਮਾ ਸਾਹਿਬ। ਡਾਕਟਰ ਕੁਮਾਰ ਜੀ। ਇਟਸ ਅ ਵੈਰੀ ਕੰਪਲਿਕੇਟਡ ਇਸ਼ੂ, ਆਪਾਂ ਜਿੰਨਾ ਮਰਜ਼ੀ ਡਿਸਕਸ਼ਨ ਇਹਦੇ ਉੱਤੇ ਕਰੀ ਜਾਈਏ, ਇਟਸ ਅ ਵੈਰੀ ਕੰਪਲਿਕੇਟਡ ਇਸ਼ੂ। ਜਿੰਨੀ ਦੇਰ ਇਹਨੂੰ ਟੋਟੈਲਿਟੀ ਦੇ ਨਾਲ ਨਹੀਂ ਦੇਖਿਆ ਜਾਏਗਾ, ਉਨੀ ਦੇਰ ਇਹ ਚੀਜ਼ ਜਿਹੜੀ ਹੈ ਨਾ। ਦੂਸਰੀ ਗੱਲ ਮੋੜ ਮੇਰੇ ਜਿਹੜੀ ਡਾਇਰੈਕਸ਼ਨ ਤੇ ਜਿਹੜੀ ਤੇ ਮੈਂ ਜਾ ਰਿਹਾ, ਮੋੜ ਤੇ ਇਹੀ ਜਾ ਰਿਹਾ ਵੀ ਇਟਸ ਅ ਇਕਨੋਮਿਕ ਇਸ਼ੂ। ਜਿਹੜੀਆਂ ਵੱਡੀਆਂ ਪਾਰਟੀਆਂ, ਵੱਡੇ ਘਰਾਣੇ ਹੈਗੇ ਆ, ਉਹ ਜਿਹਦੇ ਵਿੱਚ ਯੂਨਾਈਟਿਡ ਸਟੇਟ ਸਭ ਤੋਂ ਵੱਡਾ, ਇੱਥੇ ਇੱਕ ਆਰਗੇਨਾਈਜੇਸ਼ਨ ਹੈਗੀ ਆ ਗਰੇਵਾਲ ਸਾਹਿਬ, ਨੈਸ਼ਨਲ ਪ੍ਰਾਇੋਰਟੀਜ਼, ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅਮਰੀਕਾ ਦੀ। ਉਹਦੇ ਵੈਬਸਾਈਟ ਤੇ ਜਾ ਕੇ ਦੇਖੋ, ਤੁਹਾਨੂੰ ਪਲ ਦੀ ਖਬਰ ਦਿੰਦੇ ਆ ਕਿ ਅਮਰੀਕਾ ਦੇ ਵਿੱਚ ਡਿਫੈਂਸ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ। ਤੇ ਜਦੋਂ ਤੁਹਾਡਾ ਪੈਸਾ ਇਹਨਾਂ ਡਿਫੈਂਸ ਤੇ ਖਰਚਾ ਹੋਏਗਾ, ਜਿਹਨੂੰ ਕਿ ਇੰਡੀਆ ਵੀ ਫੋਲੋ ਕਰਨ ਡਿਆ, ਚਾਈਨਾ ਵੀ ਫੋਲੋ ਕਰਨ ਡਿਆ, ਰਸ਼ੀਆ ਤਾਂ, ਇਹ ਤਾਂ ਦੋਨੇ ਆਪਣੀ ਰੇਸ ਵਿੱਚ ਸੀਗੇ, ਅਮਰੀਕਾ ਤਾਂ ਰਸ਼ੀਆ ਪਹਿਲਾਂ। ਹੁਣ ਇਹਨਾਂ ਨੇ ਸਾਰੇ ਦੇਸ਼ਾਂ ਨੂੰ ਕੰਟੈਮੀਨੇਟ ਕੀਤਾ ਇਸ ਰੇਸ ਦੇ ਵਿੱਚ। ਤੇ ਜਿੰਨੀ ਦੇਰ ਆਪਾਂ ਉਹ ਚੀਜ਼ ਨੂੰ, ਗਸਟਾਲ ਨੂੰ ਨਹੀਂ ਦੇਖਾਂਗੇ, ਇਹ ਜਿਹੜਾ ਪੈਸਾ ਕਿੱਥੇ ਜਾ ਰਿਹਾ, ਕਿੱਦਾਂ ਜਾ ਰਿਹਾ। ਹੁਣ ਗਨ ਕਲਚਰ, ਹੁਣ ਤੁਸੀਂ ਦੇਖਦੇ ਹੋ ਜਿੰਨੀਆਂ ਮੂਵੀਆਂ ਬਣੀਆਂ, ਉਹ ਮੂਵੀਆਂ ਦੇ ਵਿੱਚ ਜਿੰਨੀਆਂ ਅਮਰੀਕਾ ਦੀਆਂ ਕਾਰਪੋਰੇਸ਼ਨ ਆ, ਉਹਨਾਂ ਨੂੰ ਪ੍ਰਮੋਟ ਕੀਤਾ ਗਿਆ।
ਤੇ ਉਹ ਇੰਨਾ ਪੈਸਾ ਸਿੱਟ ਰਹੇ ਹੈਗੇ ਆ। ਹੁਣ 17 ਸੈਕਟਰ ਚੰਡੀਗੜ੍ਹ ਦੇ ਤੁਸੀਂ ਸਾਰੇ ਸ਼ੋਰੂਮ ਲੈ ਲਓ, ਉੱਥੇ ਤੁਹਾਡੇ ਮੇਰੇ ਵਰਗਾ ਬੰਦਾ ਕੋਈ ਸ਼ਾਪ ਹੀ ਨਹੀਂ ਕਰ ਸਕਦਾ। ਕਿਰਾਏ ਇੰਨੇ ਆ, ਰੋਜ਼ ਮਹੀਨੇ ਦਾ ਕਿਰਾਇਆ ਜਿਹੜਾ 1 ਕਰੋੜ ਰੁਪਏ ਦਾ ਕਿਰਾਇਆ ਹੋਵੇ ਮਹੀਨੇ ਦਾ, ਤੁਸੀਂ ਉਥੋਂ ਕੀ ਖੱਟੋਗੇ ਜੀ? ਉਹ ਇੱਥੇ ਦੀਆਂ ਕਾਰਪੋਰੇਸ਼ਨ ਬੈਠੀਆਂ, ਇਹਨਾਂ ਨੂੰ 1 ਕਰੋੜ ਦੇਣਾ ਬੜਾ ਆਸਾਨ ਹੈ। ਇਹਨੀ ਕਿੱਥੋਂ ਕੱਟਣਾ? ਇੱਥੋਂ ਹੀ ਕੱਟਣਾ। ਤੁਹਾਨੂੰ ਜਿੰਨੇ ਬੰਦੇ ਉੱਥੇ ਜਿਹੜੇ ਉੱਥੇ ਦੇ ਲਾਲੇ ਆ ਉਹਨਾਂ ਨੂੰ ਮਾਰੋ ਪਹਿਲਾਂ। ਉਹਨਾਂ ਦੀ ਸਿਕਿਉਰਿਟੀ ਪ੍ਰੋਵਾਈਡ ਕਰੋ, ਮਾਰੋ ਜਾਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ। ਪੂਰੀ ਸਿਕਿਉਰਿਟੀ ਹੈ। ਹਾਂ, ਤੇ ਇਸ ਕਰਕੇ we have to look into the total picture until unless we look into the total picture। ਹਾਂ, ਜਿਹੜਾ ਸਿਕਿਉਰਿਟੀ ਦੀ ਗੱਲ ਕਰ ਰਹੇ ਭਗਵੰਤ ਸਿੰਘ ਮਾਨ ਉਦੋਂ ਕਿਉਂ ਨਹੀਂ ਗਏ, ਮੈਂ ਇਸ ਦੇ ਵਿੱਚ ਬਿਲਕੁਲ ਹੱਕ ਦੇ ਵਿੱਚ ਨਹੀਂ ਆ। ਉਹ ਮੈਨੂੰ ਚੰਗਾ ਲੱਗਿਆ ਕਿ ਉਹ ਨਹੀਂ ਗਏ, ਕਿਉਂਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਜਦੋਂ ਸਦਮ ਹੁਸੈਨ ਦਾ ਸਟੈਚੂ ਗਿਰਾਇਆ ਗਿਆ ਸੀ ਇਰਾਕ ਦੇ ਵਿੱਚ, ਲੋਕ ਕਿੰਨੇ ਖੁਸ਼ ਸੀ। ਜਦੋਂ ਮੌਬ ਮੈਂਟੈਲਿਟੀ ਆਉਂਦੀ ਹੈ ਉੱਥੇ ਰੈਸ਼ਨੈਲਿਟੀ ਤੁਹਾਡੀ ਖਤਮ ਹੋ ਜਾਂਦੀ ਹੈ। ਤੇ that's why I think he did a wise job, he didn't go। ਤੇ ਉਹ ਕਈ ਇਮੋਸ਼ਨਲੀ ਅਸੀਂ ਗੱਲਾਂ ਕਰ ਜਾਂਦੇ ਆ, ਆਪਾਂ ਇਮੋਸ਼ਨਲੀ ਗੱਲਾਂ ਨਾ ਕਰੀਏ, ਆਪਾਂ ਟੋਟਲ ਪਿਕਚਰ ਨੂੰ ਥੋੜਾ ਥੋਰਲੀ ਇਵੈਲੂਏਟ ਕਰੀਏ। ਹਾਂਜੀ, ਅੰਡਰਸਟੈਂਡ ਕਰੋ। ਆਪਣੇ ਪਿਸ਼ੌਰਾ ਸਿੰਘ ਜੀ, ਤੁਸੀਂ ਸਾਰੇ ਕੁਐਸਚਨ ਵੀ ਪੜ੍ਹੇ ਹੈਗੇ ਆ ਤੇ ਆ ਵੀ ਗੱਲਬਾਤ ਹੋ ਗਈ ਹੈ, ਤੁਸੀਂ ਫਿਰ ਕਰੋ। ਫਿਰ ਉਸ ਤੋਂ ਬਾਅਦ ਆਪਣੇ ਮੱਲੀ ਸਾਹਿਬ 1 ਮਿੰਟ ਲਈ ਪਿੱਛੋਂ ਕਲੋਜ਼ ਕਰ ਦੇਣਗੇ, ਥੋੜਾ ਜਿਹਾ ਕਰ ਦਿਓ। ਦੇਖੋ, ਡਾਕਟਰ ਹਰਮੇਸ਼ ਹੋਣਾ ਨੇ ਜਿਸ ਤਰ੍ਹਾਂ ਦੱਸਿਆ, ਮੈਂ ਸਾਰੀ ਡਿਬੇਟ ਤਾਂ ਨਹੀਂ ਸੁਣੀ, ਸਾਰਿਆਂ ਦੇ ਵਿਚਾਰ ਨਹੀਂ ਸੁਣੇ, ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ, ਮਾਫ ਕਰਨਾ ਮੇਰਾ ਗਲਾ ਥੋੜਾ ਖਰਾਬ ਹੈ। ਹਾਂ, ਗਲਾ ਖਰਾਬ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਬੜਾ ਕੰਪਲੀਕੇਟਡ ਮੈਟਰ ਆ, ਇਹ ਕੰਪਲੀਕੇਟਡ ਨਹੀਂ ਹੈਗਾ ਬਿਲਕੁਲ। ਲੜਾਈ ਜਿਹੜੀ ਹੈ ਨਾ ਬੜੀ ਸਾਫ਼ ਹੋ ਰਹੀ ਆ, ਸਾਫ਼ ਹੋਣ ਜਾ ਰਹੀ ਆ। ਅਸਲ ਕਾਰਨ ਜਿਹੜਾ ਉਹ ਤਾਂ ਜੁਡੀਸ਼ੀਅਲ ਰਿਪੋਰਟ ਤੋਂ ਬਾਅਦ ਹੀ ਜਿਹੜਾ ਉਹ ਸਾਹਮਣੇ ਆਵੇਗਾ ਕਿ ਅਸਲ ਕਾਰਨ ਕੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਜਿਹੜਾ ਨਾ ਇਹ ਕਲਾਈਮੈਕਸ ਆ ਪੰਜਾਬ ਦੇ ਵਿੱਚ, ਜੋ ਉਹਦੀ ਦੁਰਦਸ਼ਾ ਹੋ ਰਹੀ ਆ, ਜਿਸ ਤਰ੍ਹਾਂ ਪ੍ਰੋਫੈਸਰ ਗੁਪਤਾ ਨੇ ਵੀ ਆਖਿਆ ਕਿ ਪੰਜਾਬ ਦਾ ਸੱਭਿਆਚਾਰ ਖਤਮ ਹੋ ਗਿਆ। ਪੰਜਾਬ ਦਾ ਸੱਭਿਆਚਾਰ ਖਤਮ ਹੋਇਆ ਨਹੀਂ ਹਲੇ, ਪਰ ਉਹ ਖਤਮ ਹੋਣ ਦੇ ਰਾਹ ਤੋੜ ਦਿੱਤਾ ਗਿਆ। ਭਰਾ ਨੂੰ ਮਾਰਨ ਲੱਗ ਜਾਣ, ਨੌਜਵਾਨ ਹੁਣ ਇੱਕ ਤਾਂ ਮਾਰਿਆ ਗਿਆ, ਹੁਣ ਹੋਰ ਵੇਖਿਓ ਪੰਜਾਬ ਚੋਂ ਕਿੰਨੇ ਚੁਣ ਕੇ ਜਿਹੜਾ ਪੁਲਿਸ ਉਹਨਾਂ ਨੂੰ ਫੜਦੀ ਆ ਤੇ ਉਹਨਾਂ ਨਾਲ ਕੀ ਕਰਦੀ ਆ। ਤੇ ਉਹ ਇਹ ਬੱਚੇ ਜਿਹੜੇ ਨੇ ਇਹ ਉਹ ਨਹੀਂਗੇ ਜਿਹੜੇ ਬੇਰੁਜ਼ਗਾਰ ਨੇ ਜਾਂ ਜਿਨ੍ਹਾਂ ਦੇ ਕੋਲ ਕੋਈ ਗਰੀਬੀ ਦਾ ਕਾਰਨ ਹੈ, ਇਹ ਤਾਂ ਖਾਂਦੇ ਪੀਂਦੇ ਘਰਾਂ ਦੇ ਬੱਚੇ ਨੇ ਜਿਹੜੇ ਇਹਦੇ ਮੋਢੀ ਨੇ। ਇਹ ਬੜਾ ਜਿਹੜੀ ਲੜਾਈ ਜਿਹੜੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹ ਇਹ ਹੈ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਜਾਗਰੂਕ ਹੋ ਚੁੱਕੇ ਨੇ, ਚੇਤਨ ਹੋ ਗਏ ਨੇ, ਜਿਹਦੀ ਆਪਾਂ ਚੇਤਨ ਦੀ ਗੱਲ ਕਰਦੇ ਹਾਂ, ਤੇ ਉਹ ਬਦਲਾਅ ਚਾਹੁੰਦੇ ਨੇ, ਜਿਹਦਾ ਝੰਡਾ ਫੜ ਕੇ ਆਮ ਆਦਮੀ ਪਾਰਟੀ ਆਈ ਆ ਔਰ ਉਹਨਾਂ ਨੇ ਇਹਨਾਂ ਦਾ ਬੜਾ ਸਾਥ ਦਿੱਤਾ। ਇੱਕ ਪਾਸੇ ਉਹ ਲੜ ਰਹੇ ਨੇ ਔਰ ਉਹਨਾਂ ਨੇ ਸ਼ੁਰੂਆਤ ਵੀ ਇਹਦੀ ਬੜੇ ਵਧੀਆ ਤਰੀਕੇ ਨਾਲ ਕੀਤੀ ਹੈ। ਮੈਂ ਉਹਨਾਂ ਨੂੰ ਫੁੱਲੀ ਸਪੋਰਟ ਕਰਦਾ, ਜਿਹੜਾ ਉਹਨਾਂ ਨੇ ਇਹ ਸਿਕਿਉਰਿਟੀ ਵਾਧੂ ਲੈ ਲਈ ਸੀ ਜਿਹੜੀ, ਉਹਦਾ ਸਾਰਿਆਂ ਲੋਕਾਂ ਨੇ ਬੜਾ ਸਵਾਗਤ ਕੀਤਾ ਸੀ ਉਦੋਂ, ਜੇ ਤੁਹਾਨੂੰ ਯਾਦ ਹੋਵੇਗਾ, ਕਿਉਂਕਿ ਇਹਨਾਂ ਦਾ ਅਸਲੀ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਸਮਝਦੀ ਆ ਕਿ ਅਸੀਂ ਅਲਟੀਮੇਟ ਸੁਰੱਖਿਆ ਜਿਹੜੀ ਆ ਸਾਰੇ ਪੰਜਾਬ ਨੂੰ ਪ੍ਰਦਾਨ ਕਰੀਏ, ਪਰ ਇਹ ਸਟੇਟਸ ਜਿਹੜਾ ਹੈ ਸਾਰੇ ਲੋਕਾਂ ਨੂੰ ਪਸੰਦ ਨਹੀਂ। ਉਹਨਾਂ ਦਾ ਖਿਆਲ ਹੈ ਕਿ ਜਿੰਨਾ ਪੰਜਾਬ ਅਸੁਰੱਖਿਅਤ ਇਨਸਿਕਿਉਰ ਰਹੇਗਾ ਉਹਦੇ ਵਿੱਚ ਉਹ ਆਪਣੀ ਸਿਕਿਉਰਿਟੀ ਲੈ ਲੈਣਗੇ, ਜਿਹੜੀ ਉਹਨਾਂ ਨੇ ਇਸ ਕਤਲ ਦੇ ਬਾਅਦ ਉਹ ਕਾਮਯਾਬ ਵੀ ਹੋ ਗਏ। ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਵੇਖੋ, ਜਿੱਥੇ ਜਿਹਨੂੰ ਨਹੀਂ ਵੀ ਚਾਹੀਦੀ ਸੀ ਉਹ ਵੀ ਉਹਨੂੰ ਸਿਕਿਉਰਿਟੀ ਮਿਲੇਗੀ, ਔਰ ਉਹਦਾ ਭਾਰ ਜਿਹੜਾ ਹੈ ਉਹ ਕਿੱਥੇ ਪਏਗਾ? ਉਹਨਾਂ ਲੋਕਾਂ ਦੇ ਪਵੇਗਾ ਜਿਨ੍ਹਾਂ ਵਾਸਤੇ ਬਦਲਾਅ ਵਾਸਤੇ ਇਹ ਸਰਕਾਰ ਆਈ ਸੀ। ਸੋ ਮੇਰਾ ਸਵਾਲ ਇਹ ਆ ਕਿ ਇਸ ਵੇਲੇ ਲੜਾਈ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕੰਪਲੀਕੇਟਡ ਨਹੀਂ, ਲੜਾਈ ਸਾਫ਼ ਹੈ। ਇੱਕ ਪਾਸੇ ਉਹ ਲੋਕ ਨੇ ਜਿਹੜੇ ਜਾਗਰੂਕਤਾ ਤੇ ਚੇਤਨਤਾ ਕਰਕੇ ਪੰਜਾਬ ਨੂੰ ਉਹ ਪੰਜਾਬ ਬਣਾਉਣਾ ਚਾਹੁੰਦੇ ਨੇ, ਪੰਜਾਬ ਦਾ ਉਹ ਕਲਚਰ ਲਿਆਉਣਾ ਚਾਹੁੰਦੇ ਨੇ ਜਿਹੜਾ ਗੁਰੂ ਪਾਤਸ਼ਾਹ ਨੇ ਜਿਹੜਾ ਉਹ ਦਿੱਤਾ ਸੀ ਤੇ ਉਹ ਸਥਾਪਿਤ ਕੀਤਾ ਸੀ, ਔਰ ਜਿਹਦੇ ਵਿੱਚ ਉਹ ਦੇਸ਼ ਭਗਤ ਸੋਹਣ ਸਿੰਘ ਭਗਨਾ ਤੇ ਭਗਤ ਸਿੰਘ ਉਹਨਾਂ ਵਰਗੇ ਜੰਮੇ ਸਨ। ਹੁਣ ਜਦੋਂ ਇਹੋ ਜਿਹੇ ਜੰਮਣ ਲੱਗ ਜਾਣਗੇ ਤੇ ਜਿਨ੍ਹਾਂ ਨੂੰ ਬੜਾਵਾ ਦਿੱਤਾ ਜਾਵੇਗਾ ਔਰ ਜਿਹੜੇ ਕੁਛ ਚਿਰ ਤੋਂ ਜਿਹਨਾਂ ਦੀ ਪੁਸ਼ਤ ਪਨਾਈ ਵੀ ਹੋ ਰਹੀ ਆ, ਤੇ ਫਿਰ ਇਸ ਤਰ੍ਹਾਂ ਦੇ ਨੌਜਵਾਨ ਪੈਦਾ ਹੋਣਗੇ, ਕਿਉਂਕਿ ਪੰਜਾਬ ਦੀ ਧਰਤੀ ਬੜੀ ਉਪਜਾਊ ਆ। ਇੱਥੇ ਜੋ ਬੀਜੋਗੇ ਉਹ ਬੜੀ ਛੇਤੀ ਤੇ ਬੜੇ ਤਗੜੇ ਤਰੀਕੇ ਨਾਲ, ਜੇ ਇੱਥੇ ਨੇਕੀ ਬੀਜੋਗੇ ਤੇ ਨੇਕੀ ਬੜੇ ਛੇਤੀ ਫੁੱਲੇਗੀ। ਜੇ ਇੱਥੇ ਬਦੀ ਕਰੋਗੇ ਤੇ ਉਹ ਕਹਿੰਦੇ ਤੇ ਹੈਗੇ ਨਾ ਕਿ ਨਹੀਂ ਪੰਜਾਬ ਦੇ ਵਿੱਚ ਉਹ ਫਲ ਨਹੀਂ ਸਕਦੀ। ਮੈਂ ਸਮਝਦਾ ਕਿ ਇਹ ਫਰਟਾਈਲ ਜ਼ਮੀਨ ਜਿਹੜੀ ਹੁੰਦੀ ਹੈ ਉਹਦੇ ਜੋ ਮਰਜ਼ੀ ਲਾ ਦਿਓ ਤੁਸੀਂ, ਉਹ ਫਲੇਗਾ। ਸੋ ਇਸ ਵੇਲੇ ਉੱਧਰ ਨੂੰ ਗੱਲ ਚੱਲ ਰਹੀ ਹੈ। ਸੋ ਵੇਖਣਾ ਇਹ ਹੈ ਕਿ ਜੁਡੀਸ਼ੀਅਲ ਪ੍ਰੋਬ ਜਿਹੜੀ ਆ ਉਹ ਕਿੰਨਾ ਲੋਕਾਂ ਦੀ ਸਹਾਇਤਾ ਕਰਦੀ ਹੈ। ਉਹ ਉਹਨਾਂ ਲੋਕਾਂ ਦੀ ਸਹਾਇਤਾ ਕਰਦੀ ਹੈ ਜਿਹੜੇ ਲੋਕ ਇਹ ਬਦਲਾਅ ਚਾਹੁੰਦੇ ਨੇ,
ਤੇ ਇਹ ਲੈ ਕੇ ਅੱਗੇ ਆਏ ਨੇ ਕਿ ਇਹ ਜਿਹੜੀ ਜਾਗਰੂਕਤਾ ਚੇਤਨਤਾ ਜਿਹੜੀ ਹੈ ਪੰਜਾਬ ਨੂੰ ਪੰਜਾਬ ਦੀਆਂ ਲੀਹਾਂ ਤੇ ਲੈ ਕੇ ਆਵੇ, ਕਿ ਉਹਨਾਂ ਲੋਕਾਂ ਦੀ ਸਪੋਰਟ ਕਰਦੀ ਹੈ ਜਿਹੜੇ ਗੈਂਗਸਟਰਿਜ਼ਮ ਨੂੰ ਜਿਨ੍ਹਾਂ ਨੇ ਪੁਸ਼ਪਨਾਈ ਕੀਤੀ ਔਰ ਇਹਨੂੰ ਉਹ ਜਾਰੀ ਰੱਖਣਾ ਚਾਹੁੰਦੇ ਨੇ ਔਰ ਸਮਝਦੇ ਨੇ ਵੀ ਇਸ ਇਨਸਿਕਿਉਰ ਮਾਹੌਲ ਦੇ ਵਿੱਚ ਉਹ ਤਾਂ ਸਿਕਿਉਰਿਟੀ ਲੈ ਲੈਣਗੇ, ਬਾਕੀ ਪੰਜਾਬ ਖਸਮਾਂ ਪਾਏ। ਥੈਂਕ ਯੂ ਪਿਸ਼ੌਰਾ ਸਿੰਘ ਗੈਰੀ ਜੀ, ਮੈਂ ਸਿਰਫ ਵੀ ਇੱਕ ਦੋ ਪੁਆਇੰਟ ਤੁਹਾਡੇ ਦੀ ਆ ਰਿਹਾ ਪਿਸ਼ੌਰਾ ਸਿੰਘ। ਥੈਂਕ ਯੂ ਵੈਰੀ ਮਚ। ਹਾਂ ਗੋਤਾ ਸਾਹਿਬ ਕੋਹਲ ਤੁਹਾਡੇ ਟਾਈਮ ਗੋਤਾ ਸਾਹਿਬ। ਮੈਂ ਸਿਰਫ 2-3-4 ਚੀਜ਼ਾਂ ਕਹਿਣੀਆਂ। ਮੂਸੇਵਾਲਾ ਦੀ ਇਨਸੀਡੈਂਟ ਤੋਂ ਬਾਅਦ 4 ਚੀਜ਼ਾਂ ਹੋਈਆਂ। ਸਤਿੰਦਰ ਜੈਨ ਦੀ ਦਿੱਲੀ ਚ ਅਰੈਸਟ, ਰਾਹੁਲ ਗਾਂਧੀ। ਸੁਣੋ ਗੈਰੀ ਜੀ, ਇਹ ਬੜੀ ਜਿਹੜਾ ਫੈਡਰਲ ਗਵਰਨਮੈਂਟ ਬੈਠਾ ਨਾ, ਐਵੇਂ ਨਹੀਂ ਡਾਊਨ ਕਰਨ ਵਾਲੇ ਆਪ ਨੂੰ। ईडी ਦਾ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨੂੰ ਨੋਟਿਸ ਦੇਣਾ, ਅਮਿਤ ਸ਼ਾਹ ਦਾ ਪੰਜਾਬ ਦੇ ਅੰਦਰ ਕਾਂਗਰਸ ਤੋਂ ਡਿਫੈਕਟ ਕਰਾਣਾ। ਬਿਊਟੀਫੁਲ। ਤਿੰਨ, ਦੇ ਵਾਂਟ ਏ ਫਿਨਿਸ਼ ਏ ਨੈਸ਼ਨਲ ਪਾਰਟੀਜ਼। ਕਿਉਂਕਿ ਬੀਜੇਪੀ ਦਾ ਜਿਹੜਾ ਪਲਾਨ ਹੈ ਉਹ ਇੱਕ ਨੈਸ਼ਨਲ ਆਲਟਰਨੇਟਿਵ ਨੂੰ ਖਤਮ ਕਰਨਾ ਹੈ। ਖਤਮ। Try to understand the dynamics of Indian politics. ਇਹਦੇ ਵਿੱਚ ਇੰਟਰਨੈਸ਼ਨਲ ਫੋਰਸਿਸ ਵੀ ਬੜੀ ਇਨਵੋਲਡ ਹੈ ਕਿ ਬੀਜੇਪੀ ਹੀ ਪਾਵਰ ਚ ਰਹੇ ਸੈਂਟਰ ਚ। ਥੈਂਕ ਯੂ ਗੁਪਤਾ ਸਾਹਿਬ। ਥੈਂਕ ਯੂ ਜੀ। ਥੈਂਕ ਯੂ ਗੁਪਤਾ ਸਾਹਿਬ। ਹਾਂਜੀ ਮੱਲੀ ਸਾਹਿਬ, ਇਹਨੂੰ ਕਲੋਜ਼ ਕਰ ਦਿਓ ਜੀ ਫਿਰ ਥੋੜਾ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਹੈਗੀਆਂ ਪੰਜਾਬ ਦੇ, ਉਹਨਾਂ ਦੀ ਨੀਅਤ ਔਰ ਨੀਤੀ ਵਿੱਚ ਬਹੁਤ ਖੋਟ ਹੈਗਾ ਆ। ਉਹ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਸਾਰੇ ਜਿੰਨੇ ਪੰਜਾਬ ਦੇ ਹਾਲਾਤ ਹੈਗੇ ਆ, ਉਹਨਾਂ ਵਿਗੜਨ ਦੇ ਵਿੱਚ ਉਹਨਾਂ ਦਾ ਮੇਜਰ ਪਾਰਟ ਪਲੇ ਕੀਤਾ ਹੈਗਾ। ਔਰ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਉਹਦਾ ਉਹ ਨੀਅਤ ਔਰ ਨੀਤੀ ਸਾਫ਼ ਹੈਗੀ ਉਹਨਾਂ ਦੀ। ਉਹਨਾਂ ਦੀ ਨੀਅਤ ਵੀ ਸਾਫ਼ ਹੈਗੀ ਆ ਤੇ ਨੀਤੀ ਵੀ ਸਾਫ਼ ਹੈਗੀ ਆ। ਉਹ ਦਿਲੋਂ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਹਰੇਕ ਪੱਖ ਜਿਹੜਾ ਹੈਗਾ ਆ ਉਹ ਪ੍ਰੋਗਰੈਸ ਹੋਵੇ, ਵਧੀਆ ਹੋਵੇ। ਜਿੱਥੋਂ ਗੱਲ ਕੀਤੀ ਹੈਗੀ ਆ ਜੀਵਨ ਗਿੱਲ ਜੀ ਉਹਨਾਂ ਨੇ ਕਿ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਹੈਗੀਆਂ। ਦੇਖੋ, ਲੁੱਟਾਂ ਖੋਹਾਂ ਹੋਣ ਦਾ ਮੇਨ ਕਾਰਨ ਇਹ ਹੈ ਕਿ ਜੇ ਡਰੱਗਸ ਵਿੱਚ ਲੋਕੀ ਪੈ ਗਏ ਹੈਗੇ ਆ, ਉਹਨਾਂ ਨੂੰ ਕੋਈ ਪੈਸਾ ਮਿਲਦਾ ਹੈ ਨਹੀਂ ਉਹ ਡਰੱਗ ਲੈਣ ਵਾਸਤੇ, ਉਹ ਫਿਰ ਲੁੱਟਾਂ ਖੋਹਾਂ ਕਰਦੇ ਹੈਗੇ ਆ। ਇਸ ਕਰਕੇ ਜਿਹੜੀ ਹੈਗੀ ਡਰੱਗ ਦਾ ਖਤਮ ਕਰਨਾ ਬਹੁਤ ਜ਼ਰੂਰੀ ਹੈਗੀ ਆ। ਜਿੱਥੋਂ ਤੱਕ ਗੱਲ ਪੁਲਿਸ ਦੀ ਹੈਗੀ ਆ, ਸਾਡੀ ਸਰਕਾਰ ਨੇ ਇਹ ਗੱਲ ਬਿਲਕੁਲ ਕਲੀਅਰ ਕਹੀ ਹੈਗੀ ਆ ਪੁਲਿਸ ਵਾਲਿਆਂ ਨੂੰ ਕਿ ਤੁਹਾਡੇ ਤੇ ਕੋਈ ਵੀ ਪੋਲੀਟੀਕਲੀ ਜਿਹੜੀ ਉਹ ਪ੍ਰਭਾਵ ਨਹੀਂ ਪਊਗਾ। ਤੁਸੀਂ ਆਪਣਾ ਇੰਡੀਪੈਂਡੈਂਟ ਕੰਮ ਕਰਨਾ ਹੈਗਾ। ਕੋਈ ਪੋਲੀਟੀਸ਼ੀਅਨ ਅਗਰ ਕੋਈ ਐਮਐਲਏ ਤੁਹਾਨੂੰ ਜਾ ਕੇ ਕਹਿੰਦਾ ਹੈਗਾ ਆ ਇਹ ਸਿਫਾਰਿਸ਼ ਕਰੋ, ਤਾਂ ਉਹ ਭਗਵੰਤ ਮਾਨ ਕੇ ਮੈਨੂੰ ਦੱਸੋ ਕਿ ਮੈਂ ਉਹਦੇ ਖਿਲਾਫ ਐਕਸ਼ਨ ਲਊਂਗਾ। ਸੋ ਬਿਲਕੁਲ ਇੰਡੀਪੈਂਡੈਂਟ ਜੇ ਪੁਲਿਸ ਹੈਗੀ ਆ ਉਹਨੂੰ ਅਧਿਕਾਰ ਜਾ ਰਿਹਾ ਕਿ ਤੁਸੀਂ ਆਪਣਾ ਫੈਸਲਾ ਕਰਨਾ ਹੈਗਾ ਆ। ਸੋ ਇਸ ਕਰਕੇ ਜਿਹੜੇ ਗਲਤ ਕੇਸ ਲਿਸਟ ਹੁੰਦੇ ਸੀਗੇ ਉਹ ਜਿਹੜੇ ਹੈਗੇ ਆ ਉਹ ਬਿਲਕੁਲ ਨਹੀਂ ਹੋਣਗੇ ਫਿਊਚਰ ਦੇ ਵਿੱਚ। ਔਰ ਜਿੱਥੋਂ ਤੱਕ ਮੈਂ ਤਾਂ ਅੰਤ ਵਿੱਚ ਇਹ ਕਹੂੰਗਾ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਬਹੁਤ ਵਧੀਆ ਢੰਗ ਨਾਲ ਕੰਮ ਕਰਨ ਜਾ ਰਹੀ ਹੈਗੀ ਆ। ਵਿਰੋਧੀਆਂ ਪਾਰਟੀਆਂ ਨੂੰ ਜਿਹੜਾ ਪੰਜਾਬ ਸਰਕਾਰ ਸਹੀ ਕੰਮ ਕਰਦੀ ਆ ਉਹਨੂੰ ਸਪੋਰਟ ਕਰਨਾ ਚਾਹੀਦਾ, ਨਾ ਕਿ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਤਾਂ ਕਿ ਪੰਜਾਬ ਜਿਹੜਾ ਮਾਹੌਲ ਹੈਗਾ ਉਹ ਸ਼ਾਂਤ ਹੋ ਜਾਵੇ ਜੀ। ਥੈਂਕ ਯੂ ਵੈਰੀ ਮਚ। ਪਿਸ਼ੌਰਾ ਸਿੰਘ ਜੀ, ਮੈਂ ਤੁਹਾਡੀ ਚੇਤਨਾ ਦੇ ਨਾਲ ਹੀ ਕਲੋਜ਼ ਕਰਨ ਲੱਗਿਆ। ਗੈਰੀ ਸਾਹਿਬ ਇੱਕ ਮੈਂ ਪੁਆਇੰਟ ਐਡ ਕਰ ਦਿਆਂ ਇਹ 'ਚ। ਬੋਲੋ ਜੀ, ਬੋਲੋ ਡਾਕਟਰ ਸਾਹਿਬ। ਜਿਹੜਾ ਮੱਲੀ ਸਾਹਿਬ ਨੇ ਕਿਹਾ ਡਰੱਗ ਦੇ ਉੱਤੇ, ਲੇਕਿਨ ਇਸ ਚੀਜ਼ ਦਾ ਪੰਜਾਬ ਸਰਕਾਰ ਨੂੰ ਮੱਲੀ ਸਾਹਿਬ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਫਿਊਚਰ ਦੇ ਵਿੱਚ ਕਿ ਜਿੰਨੀ ਵੀ ਡਰੱਗ ਵਾਰ ਹੋਈ ਆ ਅਮਰੀਕਾ ਦੇ ਵਿੱਚ, ਇਹਦੇ ਨਾਲ ਬਹੁਤ ਵੱਡੀਆਂ ਫੈਮਲੀਆਂ ਜਿਹੜੀਆਂ ਨਸ਼ਟ ਕੀਤੀਆਂ ਗਈਆਂ। ਹਾਂਜੀ ਹਾਂਜੀ। ਔਰ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਪੰਜਾਬ ਜਦੋਂ ਵੀ ਤੁਹਾਡੀ ਡਰੱਗ ਪਾਲਿਸੀ ਜਾਂ ਡਰੱਗ ਐਡਿਕਸ਼ਨ ਤੇ ਕੰਮ ਕਰੇ ਉਹ ਰੀਹੈਬ ਤੇ ਮੇਜਰ ਫੋਕਸ ਕਰੇ। ਪਿਸ਼ੌਰਾ ਸਿੰਘ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਸਿੱਖ ਹੋਣ ਦੇ ਬਾਵਜੂਦ ਵੀ ਸ਼ੋ ਕਲੋਜ਼ ਕੀਤਾ ਹੈ। ਗੋਡ ਬਲੈਸ ਯੂ। ਥੈਂਕ ਯੂ ਐਵਰੀਬਾਡੀ ਫॉर कमिंग हियर। ਓਕੇ ਜੀਵਨ ਗਿੱਲ ਜੀ। ਪਿਸ਼ੌਰਾ ਸਿੰਘ ਜੀ, ਟੇਕ ਕੇਅਰ, ਗੈਟ ਵੈਲ ਸੂਨ। ਐਪਰੀਸ਼ੀਏਟ। ਓਕੇ।